हेलो बच्चों, हाउ आर यू। किवें हो तुसीं सारे? ठीक हो ना। मैं थोड़ी रेनू मैम ते अज एक बारी फिर थोड़ा वेलकम करदी हां इकनॉमिक्स की क्लास दे विच। होपफुली तुसीं प्रीवियस वीडियो जिहड़ी अपनियां इकॉनमी इंडियन इकॉनमी ऑन द ईव ऑफ इंडिपेंडेंस देखी होगी ते अज आपां उहदे टॉपिक दी जिहड़ी आ कंटिन्यू करांगे उहनूं उहदे सैकेंड पार्ट नूं। ओके, चलो फिर आओ करते हैं इंडियन इकॉनमी ऑन द ईव ऑफ इंडिपेंडेंस। ਤਾਂ ਤੁਹਾਨੂੰ याद होना कि लास्ट ਜਿਹੜਾ अपना ਲੈਕਚਰ ਸੀ ਉਹਦੇ ਵਿੱਚ ਆਪਾਂ ਪੜ੍ਹਿਆ ਸੀ नेचर ऑफ इंडियन इकॉनमी ऑन द ईव ऑफ इंडिपेंडेंस ਬਾਰੇ। ਉਹਦੇ ਵਿੱਚ मैं ਤੁਹਾਨੂੰ ਆਲਰੇਡੀ ਡਿਸਕਸ ਕਰ ਚੁੱਕੀ ਹਾਂ। ਆਪਾਂ ਪੁਆਇੰਟਸ ਡਿਸਕਸ ਕੀਤੇ ਸੀ ਕਿ ਜਿਹੜੀ ਇੰਡੀਅਨ ਇਕॉनमी ਸੀ ਔਨ ਦ ਈਵ ਆਫ ਇੰਡੀਪੈਂਡੈਂਸ ਉਹਦੇ ਜਿਹੜੇ ਫੀਚਰਸ ਸੀ ਉਹ ਕੀ ਸੀ। ਉਹਦੇ ਵਿੱਚੋਂ ਫਸਟ ਫੀਚਰ ਸੀ ਅੰਡਰ ਡਿਵੈਲਪਡ ਇਕॉनमी ਦਾ। तो मैं ਤੁਹਾਨੂੰ ਇਹ ਫੁੱਲੀ ਐਕਸਪਲੇਨ ਕੀਤਾ ਹੈ। ਇਫ ਤੁਸੀਂ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ, ਲੇਕਿਨ ਇੱਕ ਯਾਦ ਗੱਲ ਰੱਖਣਾ ਕਿ ਟੌਪਿਕ ਜਿਹੜਾ ਮੈਂ ਹੁਣ ਅੱਜ ਕਰਵਾ ਰਹੀ ਹਾਂ ਇਹ ਤੁਹਾਨੂੰ ਅੰਡਰਸਟੂਡ ਤਾਂ ਹੀ ਹੋਣਾ ਜੇ ਤੁਸੀਂ ਪ੍ਰੀਵੀਅਸ ਜਿਹੜਾ ਇਹਦਾ ਫਸਟ ਪਾਰਟ ਹੈ ਨਾ ਉਹ ਦੇਖਿਆ ਹੋਇਆ ਹੋਊਗਾ। ਤਾਂ ਇਫ ਤੁਸੀਂ ਉਹ ਟੌਪਿਕ ਦੀ ਵੀਡੀਓ ਹਜੇ ਨਹੀਂ ਦੇਖੀ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਤਾਂ ਤੁਸੀਂ ਜ਼ਰੂਰ ਉਹਨੂੰ ਵਾਚ ਕਰਿਆ ਜੇ ਤੇ ਫਿਰ ਤੁਹਾਨੂੰ ਇਹ ਜ਼ਿਆਦਾ ਗੁੱਡ ਵੇ ਦੇ ਨਾਲ ਸਮਝ ਆਊਗੀ। ਤਾਂ ਅਸੀਂ ਆਲਰੇਡੀ ਕਰ ਚੁੱਕੇ ਹਾਂ ਅੰਡਰ ਡਿਵੈਲਪਡ ਇਕॉनमी मतलब अर्ध विकसित अर्थ व्यवस्था। ਵੀ ਜਦੋਂ ਅੰਗਰੇਜ਼ ਬ੍ਰਿਟਿਸ਼ਰਸ ਇੰਡੀਆ ਤੋਂ ਗਏ ਸੀਗੇ ਤਾਂ ਉਹ ਟਾਈਮ ਦੇ ਵਿੱਚ 1947-48 ਦੇ ਵਿੱਚ ਇੰਡੀਅਨ ਜਿਹੜੀ ਇਕॉनमी ਸੀ ਉਹ ਕਿਸ ਤਰ੍ਹਾਂ ਦੀ ਸੀ। ਉਹਦੇ ਵਿੱਚ ਸਾਡਾ ਫਸਟ ਪੁਆਇੰਟ ਆਫ ਡਿਸਕਸ਼ਨ ਸੀ ਕਿ ਉਸ ਸਮੇਂ ਇੰਡੀਅਨ ਇਕॉनमी ਸੀ ਅੰਡਰ ਡਿਵੈਲਪਡ, right? And we have discussed all the points and features which showed that at that time India was an underdeveloped economy. ਐਂਡ ਟੂਡੇ ਅਸੀਂ ਇਸ ਤੋਂ ਅਗਲੇ ਜਿਹੜੇ ਆਪਣੇ ਫੀਚਰਸ ਹੈਗੇ ਨੇ ਨਾ ਉਹ ਡਿਸਕਸ ਕਰਾਂਗੇ। ਤਾਂ ਉਹਦੇ ਵਿੱਚ ਸੈਕਿੰਡ ਵਨ ਆਪਣੇ ਕੋਲ ਆ ਸਟੈਗਨੈਂਟ ਇਕॉनमी। ਮੈਂ ਤੁਹਾਨੂੰ ਥੋੜ੍ਹਾ ਬਹੁਤਾ ਸਟੈਗਨੈਂਟ ਇਕॉनमी ਬਾਰੇ ਦੱਸਿਆ ਸੀ ਪ੍ਰੀਵੀਅਸ ਟੌਪਿਕ ਦੇ ਵਿੱਚ, ਪ੍ਰੀਵੀਅਸ ਆਪਣੀ ਵੀਡੀਓ ਦੇ ਵਿੱਚ, ਅਤੇ ਲੇਕਿਨ ਅੱਜ ਆਪਾਂ ਇਹਨਾਂ ਸਾਰਿਆਂ ਦੀ ਫੁੱਲੀ ਐਕਸਪਲੇਨੇਸ਼ਨ ਕਰਦੇ ਹਾਂ। ਹਾਂਜੀ ਬੱਚਿਓ, ਤਾਂ ਫਿਰ ਆਪਣਾ ਹੁਣ ਜਿਹੜਾ ਅਸੀਂ ਨੈਕਸਟ ਟੌਪਿਕ ਡਿਸਕਸ ਕਰਨ ਲੱਗੇ ਹਾਂ ਤਾਂ ਉਹ ਹੈਗਾ ਆਪਣਾ ਸਟੈਗਨੈਂਟ ਇਕॉनमी ਦਾ। ਸਟੈਗਨੈਂਟ ਮੈਨੇ ਗਤੀਹੀਨ। ਜੇ ਤੁਸੀਂ ਗਤੀਹੀਨ ਦਾ ਪੰਜਾਬੀ ਦੇ ਵਿੱਚ ਵੀ ਮੀਨਿੰਗ ਸਮਝਣਾ ਚਾਹੋਗੇ ਤਾਂ ਮਤਲਬ ਹੈ ਜਿਹਦੇ ਵਿੱਚ ਮੋਸ਼ਨ ਨਹੀਂ ਹੈਗਾ, ਗਤੀ ਨਹੀਂ ਹੈਗੀ, ਜਿਹੜੀ ਹੈ ਮੂਵ ਨਹੀਂ ਕਰਦੀ। ਠੀਕ ਹੈ, ਇਹਨੂੰ ਆਪਾਂ ਪੰਜਾਬੀ ਦੇ ਤਰੀਕੇ ਨਾਲ ਇਸ ਤਰ੍ਹਾਂ ਸਮਝਾਂਗੇ। ਲੇਕਿਨ ਇੱਕ ਇਕॉनमी ਕਦੋਂ ਸਟੈਗਨੈਂਟ ਹੁੰਦੀ ਆ? ਇੱਕ ਇਕॉनमी ਉਦੋਂ ਸਟੈਗਨੈਂਟ ਹੁੰਦੀ ਆ ਜਦੋਂ ਉਹਦੇ ਵਿੱਚ ਜਿਹੜੀ ਉਹਦੀ ਪ੍ਰਤੀ ਵਿਅਕਤੀ ਆਮਦਨ ਹੁੰਦੀ ਆ ਨਾ ਲੋਕਾਂ ਦੀ, ਉਹਦੇ ਵਿੱਚ ਜਿਹੜਾ ਵਾਧਾ ਹੁੰਦਾ ਉਹ ਬਹੁਤ ਹੀ ਘੱਟ ਹੁੰਦਾ, ਉਹ ਬਿਲਕੁਲ ਹੀ ਜਿਹੜਾ ਵਾ ਨੈਗਲੀਜੀਬਲ ਜਿਹਾ ਵਾਧਾ ਹੁੰਦਾ। ਤਾਂ ਉਸ ਸਮੇਂ ਜਿਹੜਾ ਇੰਡੀਆ ਦੇ ਵਿੱਚ ਜਦੋਂ ਬ੍ਰਿਟਿਸ਼ਰਸ ਸੀਗੇ ਤਾਂ ਲਗਭਗ 100 ਸਾਲ ਜਿਹੜੇ ਫਸਟ ਵਾਲੇ ਸੀ ਨਾ, ਉਹਨਾਂ 100 ਸਾਲਾਂ ਦੇ ਵਿੱਚ ਉਹਨਾਂ ਦੇ ਵੀ ਇੰਡੀਅਨ ਜਿਹੜੀ ਪਰ ਕੈਪੀਟਾ ਇਨਕਮ ਸੀ ਨਾ ਉਹਦੀ ਜਿਹੜੀ ਰੇਟ ਆਫ ਇਨਕਰੀਜ਼ ਸੀ, ਰੇਟ ਆਫ ਇੰਕਰੀਮੈਂਟ ਸੀ, ਦੈਟ ਵਾਜ਼ ਜਸਟ 0.5%। ਠੀਕ ਆ, ਤਾਂ ਤੁਸੀਂ ਦੇਖੋ ਕਿ 100 ਪਿੱਛੇ ਅੱਧੇ ਰੁਪਏ ਦਾ ਵਾਧਾ ਹੋਣਾ, ਉਹ ਕਿੰਨਾ ਕੁ ਵਾਧਾ ਗਿਣਿਆ ਜਾਊਗਾ। ਤਾਂ ਇਸ ਤਰ੍ਹਾਂ ਜਿਹੜੀ ਇੰਡੀਅਨ ਇਕॉनमी ਸੀ ਨਾ ਉਹ ਸਟੈਗਨੈਂਟ ਇਕॉनमी ਹੋ ਗਈ ਸੀ ਜਦੋਂ ਬ੍ਰਿਟਿਸ਼ਰਸ ਇੰਡੀਆ ਦੇ ਵਿੱਚੋਂ ਗਏ ਹੈਗੇ ਆ, ਤਾਂ ਲੋਕਾਂ ਦੀ ਆਮਦਨ ਵਿੱਚ ਬਿਲਕੁਲ ਵੀ ਵਾਧਾ ਨਹੀਂ ਸੀ ਹੋਇਆ। ਹੁਣ ਜੇ ਆਪਾਂ ਇਸ ਗੱਲ ਨੂੰ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਸਟੈਗਨੈਂਟ ਸੀ ਇਕॉनमी, ਇੱਕ ਕੰਪੈਰੀਜ਼ਨ ਦੇ ਨਾਲ ਸਮਝਣਾ ਚਾਹੀਏ ਡਾਟਾ ਦੇ ਨਾਲ, ਤਾਂ ਉਹਦੇ ਅਕੋਰਡਿੰਗਲੀ ਦੇਖੋ ਤੁਸੀਂ ਵੀ 1896 ਤੋਂ ਲੈ ਕੇ 1904 ਤੱਕ ਜਿਹੜਾ ਰੇਟ ਆਫ ਇੰਕਰੀਮੈਂਟ ਸੀਗਾ ਪ੍ਰਤੀ ਵਿਅਕਤੀ ਆਮਦਨ ਦੀ ਵਾਧਾ ਦਰ ਸੀ ਉਹ ਸਿਰਫ 1 ਸੀਗੀ। ਠੀਕ ਹੈ, 1%। ਅਤੇ 1916 ਤੋਂ ਲੈ ਕੇ 1925 ਤੱਕ ਇਹ -6 ਹੋ ਗਈ ਸੀ। ਤੁਸੀਂ ਸਾਰੇ ਇਕਨੋਮਿਕਸ, ਮੈਥ ਜਾਂ ਕਾਮਰਸ ਦੇ ਸਟੂਡੈਂਟ ਹੋ, ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕਿ ਇਨਕਮ ਦੇ ਵਿੱਚ ਜਿਹੜਾ ਵਾਧਾ ਨਹੀਂ ਸੀ ਹੋਇਆ, ਸਗੋਂ ਉਹਦੀ ਕਮੀ ਹੋ ਗਈ ਸੀ, ਡਿਕਰੀਜ਼ ਹੋ ਗਈ ਸੀ ਇਨਕਮ -6। ਅਤੇ 1936 ਤੋਂ ਲੈ ਕੇ 1945 ਦੇ ਵਿੱਚ -5। ਠੀਕ ਹੈ, ਯੂ ਕੈਨ ਗੈਸ ਕਿ ਵਾਟ ਇਟ ਮੀਨਸ ਕਿ ਜਦੋਂ ਬ੍ਰਿਟਿਸ਼ਰਸ ਗਏ ਹੋਏਗੇ ਤਾਂ ਉਸ ਸਮੇਂ ਜਦੋਂ ਛੱਡ ਕੇ ਇੰਡੀਆ ਨੂੰ ਗਿਆ ਤਾਂ ਸਿਚੁਏਸ਼ਨ ਕਿਸ ਤਰ੍ਹਾਂ ਦੀ ਸੀਗੀ ਕਿ ਸਾਡੀ ਆਮਦਨ ਵਧਣ ਦੀ ਬਜਾਏ ਉਹ ਕੰਪੈਰੇਟਿਵਲੀ ਕੀ ਹੋ ਚੁੱਕੀ ਸੀ, ਘੱਟ ਚੁੱਕੀ ਸੀ। ਪ੍ਰਤੀ ਵਿਅਕਤੀ ਵਾਧਾ ਜਿਹੜਾ ਸੀ ਆਮਦਨ ਦਾ ਉਹ ਘੱਟ ਗਿਆ ਹੋਇਆ ਸੀ। ਇਸ ਤਰ੍ਹਾਂ ਜਿਹੜੀ ਤੁਸੀਂ ਹੁਣ ਇਸ ਤੋਂ ਅੰਡਰਸਟੈਂਡ ਇਹ ਕਰੋਗੇ ਬੇਟੇ ਕਿ ਜਿਹੜੀ ਵੀ ਇਕॉनमी ਜਿਹੜੀ ਹੁੰਦੀ ਆ ਉਹਦੇ ਵਿੱਚ ਜੇਕਰ
ਇਨਕਮ ਜਿਹੜੀ ਆ ਨਾ ਉਹਦੇ ਵਿੱਚ ਕੰਟੀਨਿਊਸਲੀ ਇੱਕ ਇੰਕਰੀਮੈਂਟ ਨਹੀਂ ਹੁੰਦਾ, ਤਾਂ ਇਟ ਮੀਨਸ ਉਹ ਕਿਸ ਤਰ੍ਹਾਂ ਦੀ ਇਕੋਨਮੀ ਹੋ ਜਾਂਦੀ ਆ, ਇੱਕ ਸਟੈਗਨੈਂਟ ਇਕੋਨਮੀ ਹੋ ਜਾਂਦੀ ਆ, ਪਛੜੀ ਹੋਈ। ਮਤਲਬ ਉਹਦਾ ਕਾਰਨ ਕੀ ਹੁੰਦਾ, ਕਹਿੰਦਾ ਜਿਹੜੀਆਂ ਮਤਲਬ ਇਹ ਗਤੀਹੀਨਤਾ ਦਾ ਕਾਰਨ ਜਿਹੜਾ ਹੈ ਨਾ, ਯਾਨੀ ਕਿ ਸਟੈਗਨੈਂਸੀ ਦਾ ਕਾਰਨ ਕੀ ਹੈਗਾ ਵੀ ਬਹੁਤ ਸਾਰੀਆਂ ਗੱਲਾਂ ਜ਼ਿੰਮੇਵਾਰ ਸੀ। ਫਸਟਲੀ ਉਪਨਿਵੇਸ਼ੀ ਸ਼ੋਸ਼ਣ। ਹੁਣ ਉਪਨਿਵੇਸ਼ੀ ਵਰਡ ਤੁਸੀਂ ਆਲਰੇਡੀ 9th 10th 'ਚ ਪੜ੍ਹਿਆ ਹੋਇਆ ਹੋਊਗਾ, ਕਲੋਨੀਲਿਜ਼ਮ ਮਤਲਬ ਉਪਨਿਵੇਸ਼ਵਾਦ। ਹੁਣ ਓਬਵੀਅਸਲੀ ਜਿਹੜੇ ਬ੍ਰਿਟਿਸ਼ਰਸ ਸੀਗੇ ਉਹ ਜੇ ਆਪਣੀ ਇੰਡੀਆ 'ਤੇ ਰਾਜ ਕਰ ਰਹੇ ਸੀ ਅਤੇ ਉਹਨਾਂ ਦਾ ਅਲਟੀਮੇਟ ਮੋਟਿਵ ਕੀ ਸੀ, ਅਲਟੀਮੇਟ ਮੋਟਿਵ ਸੀਗਾ ਉਹਨਾਂ ਦਾ ਇੰਗਲੈਂਡ ਦਾ ਵਿਕਾਸ ਕਰਨਾ। ਕਿਸ ਤਰੀਕੇ ਦੇ ਨਾਲ, ਸਾਡੇ ਸੋਰਸਿਸ ਦੀ ਯੂਜ਼ ਕਰਕੇ। ਤਾਂ ਅਸੀਂ ਉਹਨਾਂ ਦੇ ਲਈ ਇੱਕ ਕਲੋਨੀ ਸੀ, ਸਾਡਾ ਇੰਡੀਆ ਉਹਨਾਂ ਦੇ ਲਈ ਇੱਕ ਉਪਨਿਵੇਸ਼ ਸੀ, ਅਤੇ ਸਾਡਾ ਉਹ ਕਰ ਰਹੇ ਸੀ ਸ਼ੋਸ਼ਣ, ਸੋਰਸਿਸ ਦਾ ਸ਼ੋਸ਼ਣ ਕਰ ਰਹੇ ਸੀ, ਮੈਨ ਪਾਵਰ ਦਾ ਸ਼ੋਸ਼ਣ ਕਰ ਰਹੇ ਸੀ। ਠੀਕ ਹੈ, ਸਾਡੀ ਜਿਹੜੀ ਉਤਪਾਦਨ ਪ੍ਰਣਾਲੀ ਸੀ ਉਹ ਪਛੜੀ ਹੋਈ ਸੀ, ਖੇਤੀ ਪਛੜੀ ਹੋਈ ਸੀ, ਬਾਰਿਸ਼ 'ਤੇ ਡਿਪੈਂਡ ਕਰਦੀ ਸੀ, ਟੈਕਨੀਕਸ ਪੁਰਾਣੀਆਂ ਯੂਜ਼ ਹੁੰਦੀਆਂ ਸੀਗੀਆਂ। ਠੀਕ ਆ, ਅਤੇ ਸਾਡੇ ਜਿਹੜੇ ਡਿਵੈਲਪਮੈਂਟ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਸੀ। ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਹੀ ਸਾਡੀ ਇਕੋਨਮੀ ਜਿਹੜੀ ਸੀ ਉਹ ਸਟੈਗਨੈਂਟ ਬਣ ਕੇ ਰਹਿ ਗਈ ਸੀ, ਜਿਹਦੇ ਵਿੱਚ ਲੋਕਾਂ ਦੀ ਆਮਦਨ ਦੇ ਵਿੱਚ ਜਿਹੜਾ ਸੀ ਉਹ ਵਾਧਾ ਨਹੀਂ ਸੀ ਹੋ ਰਿਹਾ। ਪ੍ਰਤੀ ਵਿਅਕਤੀ ਆਮਦਨ ਵਾਧਾ ਦਰ ਜਿਹੜੀ ਸੀ ਉਹ ਅਪਰੋਕਸੀਮੇਟਲੀ 0.1 ਤੋਂ ਲੈ ਕੇ 0.5 ਦੇ ਵਿੱਚ ਹੀ ਵੇਰੀ ਕਰਦੀ ਰਹੀ। ਤਾਂ ਦਿਸ ਇਜ਼ ਸਟੈਗਨੈਂਟ ਇਕੋਨਮੀ। ਉਸ ਤੋਂ ਬਾਅਦ ਆ ਜਾਂਦਾ ਬੇਟੇ ਆਪਣੇ ਕੋਲੇ ਜਿਹਦਾ ਨਾਮ ਹੈ ਸੈਮੀ ਫਿਊਡਲ ਇਕੋਨਮੀ, ਅਰਧ ਸਮੰਤੀ ਅਰਥ ਵਿਵਸਥਾ। ਯਾਨੀ ਕਿ ਜਿਹੜੀ ਸਾਡੀ ਇਕੋਨਮੀ ਉਸ ਸਮੇਂ ਸੀ ਨਾ, ਐਟ ਦ ਈਵ ਆਫ ਇੰਡੀਪੈਂਡੈਂਸ, ਇਹ ਨਾ ਤਾਂ ਪੂਰੀ ਤਰ੍ਹਾਂ ਦੇ ਨਾਲ ਸਮੰਤਵਾਦੀ ਸੀ, ਫਿਊਡਲ ਸੀ, ਅਤੇ ਨਾ ਹੀ ਪੂਰੀ ਤਰ੍ਹਾਂ ਦੇ ਨਾਲ ਪੂੰਜੀਵਾਦੀ ਸੀ, ਯਾਨੀ ਕਿ ਕੈਪੀਟਲਿਸਟ ਇਕੋਨਮੀ ਸੀਗੀ। ਠੀਕ ਹੈ, ਹੁਣ ਤੁਸੀਂ ਸੋਚੋਗੇ ਸਾਡੇ ਲਈ ਤਾਂ ਦੋਨੋਂ ਵਰਡ ਨਵੇਂ ਜਿਹੇ ਲੱਗ ਰਹੇ ਆ ਕਿ ਨਾ ਸਾਨੂੰ समंतवादी पता ना ਸਾਨੂੰ पूंजीवादी पता। तो कोई बात नहीं, मैं हूँ ना फिर आपको समझाने के लिए। तो सुनिए फिर। पहला समंतवाद की हुंदा, फ्यूडलिज्म की हुंदा। कहना देखो ਜਦੋਂ ਬ੍ਰਿਟਿਸ਼ਰਸ ਇੰਡੀਆ 'ਚ ਆਏ, ਪਹਿਲਾਂ ਤਾਂ ਇਹ ਸੀ ਨਾ ਰਾਜੇ ਕਿ ਜਿਹਦੇ ਕੋਲੇ ਹਰ ਕੋਈ ਇਨਸਾਨ ਜਿਹੜਾ ਸੀ ਨਾ ਤੇ ਜਾਤ 'ਤੇ ਆਧਾਰਿਤ ਕੰਮ ਕਰਦਾ ਸੀਗਾ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜੇ ਕੰਮ ਸੀ ਨਾ ਉਹ ਜਾਤ ਆਧਾਰਿਤ ਵੰਡੇ ਹੋਏ ਸੀਗੇ। ਠੀਕ ਆ, ਵੀ ਕਿਸਾਨ ਖੇਤੀ ਕਰੂਗਾ, ਜਿਹੜਾ ਸੁਨਿਆਰਾ ਹੈ ਉਹ ਸੋਨੇ ਦੇ ਜੋ ਵੀ ਔਰਨਾਮੈਂਟਸ ਬਣਾਉਂਦਾ ਵੈ, ਰਾਈਟ। ਮਤਲਬ ਕਿ ਐਵਰੀਬਡੀ ਹੈਡ ਟੂ ਡੂ ਦ ਵਰਕ ਅਕੋਰਡਿੰਗ ਟੂ ਦੇਅਰ ਕਾਸਟ, ਰਾਈਟ। ਲੇਕਿਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਕੀ ਹੋਇਆ ਕਿ ਜ਼ਿਮੀਂਦਾਰੀ ਪ੍ਰਥਾ ਸ਼ੁਰੂ ਹੋ ਚੁੱਕੀ ਸੀ, ਅਤੇ ਜ਼ਿਮੀਂਦਾਰੀ ਪ੍ਰਥਾ ਦੇ ਵਿੱਚ ਕੀ ਸੀਗਾ ਕਿ ਭੂਮੀ ਦੇ ਮਾਲਕ ਦੇ ਅਧਿਕਾਰ ਜ਼ਿਮੀਂਦਾਰਾਂ ਨੂੰ ਦੇ ਦਿੱਤੇ ਗਏ। ਅਤੇ ਅਸਲ ਵਿੱਚ ਹੁਣ ਹੁੰਦਾ ਕੀ ਸੀਗਾ ਕਿ ਜਿਹੜੇ ਮਾਲਿਕਾਨਾ ਅਧਿਕਾਰ ਸੀ ਉਹ ਤਾਂ ਸੀ ਜ਼ਿਮੀਂਦਾਰਾਂ ਕੋਲੇ, ਲੇਕਿਨ ਜ਼ਿਮੀਂਦਾਰ ਕੀ ਕਰਦੇ ਸੀ, ਉਹਨੂੰ ਜਿਹੜੀ ਜ਼ਮੀਨ ਸੀ ਉਹ ਇੱਕ ਨਿਸ਼ਚਿਤ ਜਿਹਾ ਲਗਾਨ ਉਹਨਾਂ ਨੇ ਅੰਗਰੇਜ਼ਾਂ ਨੂੰ, ਅੰਗਰੇਜ਼ ਸਰਕਾਰ ਨੂੰ ਦੇਣਾ ਹੁੰਦਾ ਸੀ, ਲੇਕਿਨ ਅਗਾਹਾਂ ਉਹ ਜ਼ਮੀਨ ਜਿਹੜੀ ਸੀ ਖੇਤੀ ਕਰਨ ਲਈ ਕਾਸ਼ਤਕਾਰਾਂ ਨੂੰ ਦੇ ਦਿੰਦੇ ਸੀ। ਠੀਕ ਹੈ, ਤਾਂ ਫਿਰ ਕਾਸ਼ਤਕਾਰ ਉੱਤੇ ਖੇਤੀ ਕਰਦੇ ਸੀ ਸਪੋਜ਼। ਲੇਕਿਨ ਹੌਲੀ ਹੌਲੀ ਕੀ ਹੋਣ ਲੱਗਿਆ ਕਿ ਕਾਸ਼ਤਕਾਰਾਂ ਨੇ ਅੱਗੋਂ ਜਿਹੜੀ ਆਪਦੀ ਉਹ ਜ਼ਮੀਨ ਸੀ ਨਾ ਉਪ ਕਾਸ਼ਤਕਾਰਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਮਤਲਬ ਕਹਿਣ ਦਾ ਵੀ ਉਹ ਹੁਣ ਇੱਕ ਨਿਸ਼ਚਿਤ ਲਗਾਨ ਜਿਹੜਾ ਸੀ ਉਪ ਕਾਸ਼ਤਕਾਰਾਂ ਤੋਂ ਲੈਣ ਲੱਗ ਪਏ, ਅਤੇ ਉੱਤੇ ਖੇਤੀ ਕੌਣ ਕਰਦੇ ਸੀਗੇ, ਉਪ ਕਾਸ਼ਤਕਾਰ ਕਰਦੇ ਸੀਗੇ। ਠੀਕ ਹੈ, ਟੈਨੈਂਟਸ ਕਰਦੇ ਸੀ। ਹੁਣ ਇਹਦੇ ਨਾਲ ਨੁਕਸਾਨ ਕੀ ਹੁੰਦਾ, ਜਿਵੇਂ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਵੀ ਠੇਕੇ 'ਤੇ ਜ਼ਮੀਨ ਦੇ ਦਿੱਤੀ ਜਾਂਦੀ ਆ ਨਾ, ਕਈ ਲੋਕ ਆਪ ਖੇਤੀ ਨਹੀਂ ਕਰਦੇ ਅਤੇ ਉਹ ਠੇਕੇ 'ਤੇ ਜ਼ਮੀਨ ਦਿੱਤੀ ਜਾਂਦੀ ਆ। ਉਹਦੇ ਨਾਲ ਹੁੰਦਾ ਕੀ ਆ, ਉਹਦੇ ਨਾਲ ਹੁਣ ਜਿਹਨੂੰ ਤਾਂ ਠੇਕਾ ਮਿਲਣਾ ਉਹ ਤਾਂ ਹੋ ਗਿਆ ਸੇਫ। ਠੀਕ ਆ, ਭਾਵੇਂ ਬਾਰਿਸ਼ ਚੰਗੀ ਹੋਵੇ ਨਾ ਹੋਵੇ, ਫਸਲ ਚੰਗੀ ਹੋਵੇ ਨਾ ਹੋਵੇ, ਜਿਹਨੇ ਉੱਤੇ ਖੇਤੀ ਕੀਤੀ ਆ ਉਹਦੀ ਕਣਕ, ਉਹਦੀ ਚੌਲ, ਉਹਦਾ ਅਨਾਜ ਵਿਕੇ ਨਾ ਵਿਕੇ, ਵਟ ਐਵਰ ਦਾ ਸਿਚੁਏਸ਼ਨ ਇਜ਼, ਬਟ ਹੀ ਹੈਜ਼ ਟੂ ਪੇ ਦਾ ਰੈਂਟ, ਯਾਨੀ ਲਗਾਨ ਜਿਹੜਾ ਹੈਗਾ ਉਹ ਉਹਨੂੰ ਆਪਦੇ ਮਾਲਕ ਨੂੰ ਜ਼ਮੀਨ ਦੇ ਨੂੰ ਦੇਣਾ ਹੀ ਪਊਗਾ। ਇਹੀ ਸਿਚੁਏਸ਼ਨ ਉਦੋਂ ਸੀਗੀ। ਹੁਣ ਉਪ ਕਾਸ਼ਤਕਾਰ ਦੇ ਵਿੱਚ ਅਤੇ ਸਰਕਾਰ ਦੇ ਵਿੱਚ ਵਿਚੋਲੇ ਆ ਗਏ। ਕਿਹੜਾ ਇੱਕ ਜ਼ਿਮੀਂਦਾਰ ਆ ਗਿਆ ਅਤੇ ਵਿੱਚ ਕਾਸ਼ਤਕਾਰ ਆ ਗਿਆ। ਹੁਣ ਜ਼ਿਮੀਂਦਾਰਾਂ ਨੇ ਤਾਂ ਜਿਹੜਾ ਵੈ ਲਗਾਨ ਲੈਣਾ ਸੀ, ਕਾਸ਼ਤਕਾਰ ਨੇ ਵੀ ਲਗਾਨ ਲੈਣਾ ਸੀ, ਅੱਗੋਂ ਜਿਹੜੀ ਸਰਕਾਰ ਸੀ ਅੰਗਰੇਜ਼ ਸਰਕਾਰ ਉਹਨੇ ਵੀ ਲਗਾਨ ਲੈਣਾ ਸੀ। ਤਾਂ ਇਸ ਤਰੀਕੇ ਦੇ ਨਾਲ ਸਿਚੁਏਸ਼ਨ ਕਿਹਦੀ ਖਰਾਬ ਹੋ ਗਈ ਸਭ ਤੋਂ ਜ਼ਿਆਦਾ ਇਹਦੇ ਵਿੱਚ, ਜਿਹੜਾ ਗਰੀਬ ਕਿਸਾਨ ਉੱਤੇ ਖੇਤੀ ਕਰ ਰਿਹਾ ਸੀਗਾ। ਹੁਣ ਉਹ ਕੀ ਕਰਦਾ ਸੀ, ਉਹ ਖੇਤੀ ਦੇ ਵਿਕਾਸ ਬਾਰੇ ਤਾਂ ਸੋਚ ਸਕਦਾ ਹੀ ਨਹੀਂ ਸੀ, ਕਿਉਂਕਿ ਜਿਹਦੀ ਜ਼ਮੀਨ ਹੈ, ਮਾਲਕ ਹੈ, ਉਹਨੂੰ ਪਤਾ ਮੈਨੂੰ ਤਾਂ ਇੰਨਾ ਲਿਮਿਟਡ ਜਿਹੜਾ ਪੈਸਾ ਮਿਲ ਹੀ ਜਾਣਾ, ਤਾਂ ਇਸ ਕਰਕੇ ਉਹ ਖੇਤੀ ਦੇ ਵਿਕਾਸ ਵਾਲੇ ਪਾਸੇ ਸੋਚਦਾ ਹੀ ਨਹੀਂ ਸੀਗਾ। ਅਤੇ ਜਿਹੜਾ ਅਸਲ 'ਚ ਉੱਥੇ ਖੇਤੀ ਕਰ ਰਿਹਾ ਸੀਗਾ
ਉਹ ਸੋਚ ਸਕਦਾ ਨਹੀਂ ਸੀ, ਕਿਉਂਕਿ ਉਹਨੂੰ ਇਹੀ ਹੁੰਦਾ ਸੀਗਾ ਕਿ ਮੈਂ ਲਗਾਨ ਦੇਣਾ, ਉਹਨੇ ਬਸ ਲਗਾਨ ਦੀ ਪੂਰਤੀ ਕਰਨੀ ਹੁੰਦੀ ਸੀ। ਤਾਂ ਉਸ ਤੋਂ ਇਲਾਵਾ ਜੋ ਵੀ ਕਣਕ ਚੌਲ ਜੋ ਅਨਾਜ ਸੀਗਾ ਉਹਨੇ ਆਪਦੇ ਵਰਤੋਂ ਵਾਸਤੇ ਰੱਖ ਲੈਣਾ ਹੁੰਦਾ ਸੀ। ਤਾਂ ਇਹ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਗਈ ਕਿ ਕੋਈ ਵੀ ਜਿਹੜਾ ਸੀ ਉਹ ਖੇਤੀ ਦੇ ਵਿਕਾਸ ਦੇ ਲਈ ਜਿਹੜਾ ਸੀਗਾ ਉਹ ਸੋਚ ਨਹੀਂ ਸੀ ਰਿਹਾ। ਤਾਂ ਇਸ ਤਰ੍ਹਾਂ ਇਸ ਜਿਹੜੀ ਅਰਥ ਵਿਵਸਥਾ ਕਿਹੜੀ ਬਣ ਕੇ ਰਹਿ ਗਈ ਸੀ, ਫਿਊਡਲਿਜ਼ਮ ਵਾਲੀ ਅਰਥ ਵਿਵਸਥਾ ਬਣ ਕੇ ਰਹਿ ਗਈ ਸੀ। ਤਾਂ ਮਤਲਬ ਜਿਹੜੇ ਹੁਣ ਭੂਮੀਪਤੀ ਯਾਨੀ ਭੂਮੀ ਦੇ ਮਾਲਕ ਜਿਹੜੇ ਸੀ ਅਤੇ ਜਿਹੜੇ ਉੱਤੇ ਖੇਤੀ ਕਰਨ ਵਾਲੇ ਸੀ, ਉਹਨਾਂ ਦੇ ਵਿੱਚ ਸਮੰਤਵਾਦੀ ਜਿਹੜੇ ਸੰਬੰਧ ਸਥਾਪਿਤ ਹੋ ਗਏ ਸੀ। ਐਂਡ ਆਫਟਰ ਦੈਟ ਕਮਸ ਵਾਟ, ਕੈਪੀਟਲਿਜ਼ਮ। ਹੁਣ ਕੈਪੀਟਲਿਜ਼ਮ ਕੀ ਚੀਜ਼ ਹੈਗੀ ਆ? ਪੂੰਜੀਵਾਦ। ਪੂੰਜੀਵਾਦ ਦਾ ਮਤਲਬ ਹੁੰਦਾ, ਜਿਵੇਂ ਹੁਣ ਦੇਖੋ ਪੂੰਜੀਵਾਦ ਉਦਯੋਗ ਵਿੱਚ ਵੀ ਹੋ ਸਕਦਾ ਅਤੇ ਪੂੰਜੀਵਾਦੀ ਖੇਤੀ ਵੀ ਹੁੰਦੀ ਆ। ਪੂੰਜੀਵਾਦ ਦਾ ਮਤਲਬ ਹੀ ਇਹ ਹੁੰਦਾ ਕਿ ਸਮਾਨ ਬਣਾਇਆ ਗਿਆ, ਫਾਇਦੇ ਲਈ ਬਣਾਇਆ ਜਾਂਦਾ, ਉਤਪਾਦਨ ਕੀਤਾ ਜਾਂਦਾ, ਮੁੜ ਕੇ ਉਹਨੂੰ ਮੰਡੀ ਦੇ ਵਿੱਚ ਵੇਚਿਆ ਜਾਂਦਾ। ਹੁਣ ਪਹਿਲਾਂ ਤਾਂ ਆਪਾਂ ਇਹ ਕਹਾਂਗੇ ਕਿ ਜਦੋਂ ਇੰਗਲਿਸ਼ ਪੀਪਲ ਆਏ ਆ, ਬ੍ਰਿਟਿਸ਼ਿਜ਼ ਆਏ ਆ ਨਾ, ਉਹਨਾਂ ਨੇ ਕੀ ਕੀਤਾ, ਬਹੁਤ ਸਾਰੇ ਖੇਤਰਾਂ ਦੇ ਵਿੱਚ ਪੂੰਜੀਵਾਦੀ ਪ੍ਰਣਾਲੀ ਅਪਣਾਈ। ਤਾਂ ਪੂੰਜੀਵਾਦੀ ਪ੍ਰਣਾਲੀ ਦੀਆਂ ਉਹਨੇ ਵਿਸ਼ੇਸ਼ਤਾਵਾਂ ਦੱਸੀਆਂ। ਫਰਸਟਲੀ ਕੀ ਗੱਲ ਕੀਤੀ ਆ, ਪੂੰਜੀਵਾਦ ਉਦਯੋਗ ਬਾਰੇ ਗੱਲ ਕੀਤੀ ਆ, ਅਤੇ ਸੈਕੰਡਲੀ ਕਾਹਦੇ ਬਾਰੇ ਗੱਲ ਕੀਤੀ ਹੈ ਬੇਟੇ, ਪੂੰਜੀਵਾਦੀ ਖੇਤੀ ਬਾਰੇ, ਐਗਰੀਕਲਚਰ ਬਾਰੇ। ਦ ਫਰਸਟ ਇਜ਼ ਇੰਡਸਟਰੀ। ਤਾਂ ਇੰਡਸਟਰੀ ਦੇ ਵਿੱਚ ਕੀ ਸੀਗਾ, ਹੁਣ ਉਸ ਸਮੇਂ ਬ੍ਰਿਟਿਸ਼ਰਸ ਨੇ ਬਹੁਤ ਸਾਰੇ ਇੱਥੇ ਉਦਯੋਗਾਂ ਦੀ ਸਥਾਪਨਾ ਕੀਤੀ ਸੀ, ਜਿਵੇਂ ਕਿ ਹੁਣ ਕੱਪੜੇ ਦਾ, ਪਟਸਨ, ਲੋਹਾ, ਚੀਨੀ, ਕਾਗਜ਼, ਇਹਨਾਂ ਦੀਆਂ ਮਿੱਲਾਂ ਲਾਈਆਂ, ਜਾਂ ਫਿਰ ਜਿਹੜੇ ਲੋਹੇ, ਅਬਰਕ, ਕੋਲੇ ਦੀਆਂ ਜਿਹੜੀਆਂ ਖਾਨਾਂ ਸੀਗੀਆਂ ਉਹਨਾਂ ਦੀ ਖੁਦਾਈ ਕੀਤੀ। ਲੇਕਿਨ ਮੇਨ ਇਹਦੇ ਵਿੱਚ ਪ੍ਰੋਬਲਮ ਕੀ ਆ? ਤੁਸੀਂ ਸੋਚੋਗੇ ਕਿ ਜੇ ਉਦਯੋਗ ਖੋਲ੍ਹੇ ਸੀ ਅੰਗਰੇਜ਼ਾਂ ਨੇ ਫਿਰ ਤਾਂ ਚੰਗਾ ਹੀ ਕੀਤਾ ਸੀ। ਨਹੀਂ, ਅਸਲ ਦੇ ਵਿੱਚ ਕੀ ਹੋਇਆ ਸੀਗਾ, ਉਦਯੋਗ ਖੋਲ੍ਹੇ ਤਾਂ ਗਏ ਸੀ, ਖਾਨਾਂ ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਗਈ ਸੀ, ਖੁਦਾਈ ਵੀ ਕੀਤੀ ਜਾਣ ਲੱਗੀ ਸੀ, ਲੇਕਿਨ ਉਹਦੇ ਵਿੱਚ ਜਿਹੜਾ ਮੇਜਰ ਪੋਰਸ਼ਨ ਸੀ ਇਨਵੈਸਟਮੈਂਟ ਦਾ, ਉਹ ਕਿਹੜਾ ਸੀਗਾ, ਉਹ ਫੋਰਨ ਦਾ ਸੀਗਾ। ਯਾਨੀ ਕਿ ਓਬਵੀਅਸਲੀ ਫੋਰਨ ਤੋਂ ਮੇਰਾ ਭਾਵ ਕੀ ਹੈਗਾ, ਬ੍ਰਿਟਿਸ਼ਰਸ ਦਾ ਸੀਗਾ, ਅੰਗਰੇਜ਼ ਸਰਕਾਰ ਦਾ ਸੀ। ਜਿਹੜੇ ਇੰਗਲੈਂਡ 'ਚ ਰਹਿਣ ਵਾਲੇ ਸੀ ਉਹਨਾਂ ਦੀ ਜਿਹੜੀ ਪੂੰਜੀ ਉਹਦੇ 'ਚ ਲੱਗੀ ਹੋਈ ਸੀ। ਹੁਣ ਤੁਹਾਨੂੰ ਪਤਾ, ਯੂ ਨੋ ਇਟ ਵੈਰੀ ਵੈਲ, ਜਿਹੜਾ ਇਨਵੈਸਟਮੈਂਟ ਕਰੂਗਾ, ਜਿਹੜਾ ਨਿਵੇਸ਼ ਕਰੂਗਾ, ਅਤੇ ਪ੍ਰੋਫਿਟ ਦਾ ਹੱਕਦਾਰ ਵੀ ਤਾਂ ਉਹੀ ਹੋਊਗਾ। ਇਟ ਮੀਨਸ ਨਿਵੇਸ਼ ਕੀਤਾ ਹੋਇਆ ਸੀ ਫੋਰਨਰਸ ਨੇ, ਮਤਲਬ ਬ੍ਰਿਟਿਸ਼ਰਸ ਨੇ, ਅਤੇ ਜਿਹੜਾ ਬੈਨੀਫਿਟ ਹੁੰਦਾ ਸੀ ਫਿਰ ਉਹ ਵੀ ਕਿੱਧਰ ਨੂੰ ਚਲਾ ਜਾਣਾ ਸੀ, ਇੰਗਲੈਂਡ ਵੱਲ ਨੂੰ ਹੀ ਚਲਾ ਜਾਣਾ ਸੀ। ਅਤੇ ਜਿਹੜੇ ਕਾਰੀਗਰ ਸੀ ਅਸਲ ਦੇ ਵਿੱਚ ਰਿਸਕ ਲੈ ਕੇ ਖਾਨਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀ, ਉਹ ਕਾਰੀਗਰ ਕੌਣ ਸੀ? ਉਹ ਕਾਰੀਗਰ ਸੀ ਇੰਡੀਅਨਸ। ਠੀਕ ਆ, ਅਤੇ ਉਹ ਕਾਰੀਗਰ ਕੀ ਬਣ ਕੇ ਰਹਿ ਗਏ ਫਿਰ ਅੰਗਰੇਜ਼ਾਂ ਦੇ? ਸਿਰਫ ਅਤੇ ਸਿਰਫ ਨੌਕਰ ਬਣ ਕੇ ਰਹਿ ਗਏ, ਸਰਵੈਂਟਸ ਬਣ ਕੇ ਹੀ ਰਹਿ ਗਏ ਸੀ। ਐਂਡ ਸੈਕਿੰਡ ਵਨ ਇਜ਼ ਪੂੰਜੀਵਾਦੀ ਖੇਤੀ। ਹੁਣ ਤੁਸੀਂ ਕਹੋਗੇ ਵੀ ਇਹ ਖੇਤੀ ਵੀ ਪੂੰਜੀਵਾਦੀ ਹੁੰਦੀ ਆ। ਓਬਵੀਅਸਲੀ ਕੈਪੀਟਲਿਸਟਿਕ ਐਗਰੀਕਲਚਰ ਵੀ ਸ਼ੁਰੂ ਹੋ ਗਈ ਸੀ। ਕੈਪੀਟਲਿਸਟਿਕ ਐਗਰੀਕਲਚਰ ਮਤਲਬ ਵੀ ਖੇਤਾਂ ਦੇ ਵਿੱਚ ਉਹਨਾਂ ਫਸਲਾਂ ਦੀ, ਉਹਨਾਂ ਚੀਜ਼ਾਂ ਦੀ ਪੈਦਾਵਾਰ ਕੀਤੀ ਜਾਣ ਲੱਗੀ ਜਿਹੜੇ ਸਮਾਨ ਨੂੰ ਬਾਹਰ ਇੰਗਲਿਸ਼ ਪੀਪਲ ਨੂੰ ਉੱਥੇ ਚਾਹੀਦਾ ਸੀਗਾ, ਆਪਦੀ ਜਿਹੜੀ ਉਦਯੋਗਿਕ ਕ੍ਰਾਂਤੀ ਨੂੰ ਸਫਲ ਕਰਨ ਵਾਸਤੇ, ਜਿਹੜੀ ਉੱਥੇ ਸਟਾਰਟ ਹੋਈ ਸੀ 19th ਸੈਂਚੁਰੀ ਦੇ ਵਿੱਚ। ਉਹਨਾਂ ਨੇ, ਤੁਹਾਨੂੰ ਪਤਾ ਹੋਊਗਾ ਕਿ ਇੰਗਲਿਸ਼ ਪੀਪਲ ਦੇ ਆਉਣ ਦੇ ਨਾਲ ਹੀ, ਬ੍ਰਿਟਿਸ਼ਰਸ ਦੇ ਆਉਣ ਦੇ ਨਾਲ ਹੀ ਜਿਹੜੀ ਚਾਹ ਸੀ ਨਾ, ਚਾਹ ਦੀ ਖੇਤੀ ਜਿਹੜੀ ਇੰਨੀ ਜ਼ਿਆਦਾ ਹੋਣ ਲੱਗੀ, ਤਾਂ ਉਹਨਾਂ ਦੇ ਕਰਕੇ ਹੀ ਹੋਣ ਲੱਗੀ ਸੀ। ਤਾਂ ਉਹਨਾਂ ਨੇ ਪਹਿਲਾਂ ਜਿਹੜਾ ਆਪਾਂ ਜਿਹੜੀਆਂ ਫਸਲਾਂ ਦੀ ਪੈਦਾਵਾਰ ਹੁੰਦੀ ਸੀ ਨਾ, ਉਹ ਕਣਕ, ਚੌਲ, ਠੀਕ ਆ, ਦਾਲਾਂ, ਮੱਕੀ, ਬਾਜਰਾ, ਇਹੋ ਜਿਹੀਆਂ ਚੀਜ਼ਾਂ ਦੀ ਪੈਦਾਵਾਰ ਹੁੰਦੀ ਸੀ। ਲੇਕਿਨ ਅੰਗਰੇਜ਼ਾਂ ਨੇ ਆ ਕੇ ਕਿਹੋ ਜਿਹੇ ਜਿਹੜੀ ਐਗਰੀਕਲਚਰ ਦੇ ਵਿੱਚ ਇਨਵੈਸਟਮੈਂਟ ਕੀਤੀ, ਜਿਵੇਂ ਚਾਹ, ਕੌਫੀ ਅਤੇ ਰਬੜ ਦੇ ਬਾਗ, ਇਹਨਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ। ਇਹਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਮਜ਼ਦੂਰ ਤਾਂ ਇੰਡੀਅਨ ਹੀ ਹੈਗੇ ਸੀਗੇ, ਲੇਕਿਨ ਇਹਦੇ ਵਿੱਚ ਵੀ ਇਨਵੈਸਟਮੈਂਟ ਕਿਹਦੀ ਕੀਤੀ ਗਈ ਸੀਗੀ? ਬ੍ਰਿਟਿਸ਼ਰਸ ਰਾਹੀਂ ਕੀਤੀ ਗਈ ਸੀ, ਰਾਈਟ। ਅਤੇ ਲੇਕਿਨ ਕਿਰਤੀ ਜਿਹੜੇ ਕਿੱਥੋਂ ਦੇ ਲਾਏ ਹੋਏ ਸੀ? ਇੰਡੀਅਨਸ ਕਿਰਤੀ ਲਾਏ ਹੋਏ ਸੀਗੇ, ਓਕੇ। ਅਤੇ ਜਿਹੜਾ ਵੀ ਉਤਪਾਦਨ ਦਾ ਜ਼ਿਆਦਾਤਰ ਹਿੱਸਾ ਸੀ ਉਹ ਕਿੱਧਰ ਨੂੰ ਚਲਾ ਜਾਂਦਾ ਸੀਗਾ? ਉਹ ਅੰਗਰੇਜ਼ਾਂ ਵੱਲ ਨੂੰ ਚਲਾ ਜਾਂਦਾ ਸੀ, ਯਾਨੀ ਕਿ ਇੰਗਲੈਂਡ ਵੱਲ ਨੂੰ ਚਲਾ ਜਾਂਦਾ ਸੀ। ਇਟ ਮੀਨਸ ਅਸੀਂ ਦੇਖੋ, ਚਾਹੇ ਉਹ ਫਿਊਡਲਿਜ਼ਮ ਹੈ, ਚਾਹੇ ਉਹ ਕੈਪੀਟਲਿਜ਼ਮ ਹੈ, ਅਸੀਂ ਇਹਨਾਂ ਦੋਨਾਂ ਵਿੱਚ ਵੀ ਦੇਖੀਏ ਤਾਂ ਅਸੀਂ ਕਿਤੇ ਵੀ ਮਾਲਕ ਨਹੀਂ ਸੀ। ਯਾਨੀ ਕਿ ਇੰਡੀਅਨ ਪੀਪਲ ਕਿਤੇ ਵੀ ਮਾਲਕ ਨਹੀਂ ਸੀਗੇ, ਉਹ ਨੌਕਰ ਬਣ ਕੇ ਹੀ ਰਹਿ ਗਏ ਸੀਗੇ। ਤਾਂ ਇਹ ਵੀ ਇੱਕ ਅੰਡਰ ਡਿਵੈਲਪਡ ਇਕੋਨਮੀ, ਇੱਕ ਜਿਹੜੀ ਉਸ ਸਮੇਂ ਈਵ ਆਫ ਇੰਡੀਪੈਂਡੈਂਸ ਦੇ ਟਾਈਮ 'ਤੇ ਜਿਹੜੀ ਇੰਡੀਅਨ ਇਕੋਨਮੀ ਸੀ, ਉਹਦੀ ਇੱਕ ਇਹ ਵਿਸ਼ੇਸ਼ਤਾ ਵੀ ਸੀ। ਓਕੇ ਬੱਚਿਓ, ਤਾਂ ਹੁਣ ਆਪਣੇ ਕੋਲ ਅੱਗੇ ਆ ਗਈ ਡੈਪਰੀਸ਼ੀਏਟਡ ਇਕੋਨਮੀ। ਨੈਕਸਟ ਜਿਹੜੀ
ਜਿਹੜੀ ਵਿਸ਼ੇਸ਼ਤਾ ਹੈ, ਜਿਹੜੀ ਉਸ ਸਮੇਂ ਨੇਚਰ ਸੀਗੀ ਆਪਣੀ ਇੰਡੀਅਨ ਇਕੋਨਮੀ ਦੀ ਇੰਡੀਪੈਂਡੈਂਸ ਜਦੋਂ ਹੋਈ ਆ, ਤਾਂ ਉਸ ਸਮੇਂ ਇੱਕ ਹੋਰ ਸੀ ਘਸੀ ਹੋਈ ਅਰਥ ਵਿਵਸਥਾ, ਯਾਨੀ ਕਿ ਡੈਪਰੀਸ਼ੀਏਟਡ ਇਕੋਨਮੀ। ਡੈਪਰੀਸ਼ੀਏਟਡ ਇਕੋਨਮੀ ਬਾਰੇ ਮੈਂ ਤੁਹਾਨੂੰ ਫਸਟ ਵੀਡੀਓ 'ਚ ਥੋੜ੍ਹੀ ਇੰਟਰੋ ਦਿੱਤੀ ਸੀ ਇਹਦੀ, ਕਿ ਡੈਪਰੀਸ਼ੀਏਟਡ ਦਾ ਮਤਲਬ ਕੀ ਹੁੰਦਾ, ਘਸ ਜਾਣਾ। ਕਿ ਜਦੋਂ ਆਪਾਂ ਕਿਸੇ ਮਸ਼ੀਨ ਨੂੰ ਵੀ ਕੰਟੀਨਿਊਸਲੀ ਯੂਜ਼ ਕਰਦੇ ਆ ਨਾ, ਤਾਂ ਉਹ ਵੀ ਹੌਲੀ ਹੌਲੀ ਜਿਹੜੀ ਆ ਉਹਦੇ ਅੰਦਰ ਵੀ ਜਿਹੜੀ ਉਹਦੀ ਕਪੈਸਿਟੀ ਆਫ ਪ੍ਰੋਡਕਸ਼ਨ ਹੈਗੀ ਆ ਉਹ ਵੀ ਘੱਟ ਜਾਂਦੀ ਆ ਹੌਲੀ ਹੌਲੀ। ਤੁਸੀਂ ਇਨਸਾਨ ਨੂੰ ਦੇਖੋ, ਇੱਕ ਇਨਸਾਨ ਲਗਾਤਾਰ ਕੰਮ ਕਰਦਾ ਰਵੇ ਤਾਂ ਉਹਦੀ ਕਪੈਸਿਟੀ ਹੈ ਵੀ ਉਹ ਕਦੋਂ ਤੱਕ ਕੰਮ ਕਰ ਸਕਦਾ। ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਆ ਕਿ 58 ਈਅਰਸ 'ਚ ਜਾ ਕੇ ਗਵਰਨਮੈਂਟ ਵੀ ਇੱਕ ਬੰਦੇ ਨੂੰ ਆਪਦੇ ਜੌਬ ਤੋਂ ਰਿਟਾਇਰ ਕਰ ਦਿੰਦੀ ਆ, ਬਿਕਾਜ਼ ਗਵਰਨਮੈਂਟ ਥਿੰਕਸ ਦੈਟ ਕਿ ਨਾਓ ਹੀ ਔਰ ਸ਼ੀ ਇਜ਼ ਡੈਪਰੀਸ਼ੀਏਟਡ, ਮਤਲਬ ਹੀ ਇਜ਼ ਨਾਟ ਏਬਲ ਟੂ ਡੂ ਐਜ਼ ਮਚ ਵਰਕ ਐਜ਼ ਹੀ ਕੁਡ ਡੂ ਬਿਫੋਰ, ਕਿ ਜਿੰਨਾ ਕੰਮ ਉਹ ਪਹਿਲਾਂ ਕਰ ਸਕਦਾ ਸੀ ਉਹ ਨਹੀਂ ਕਰ ਸਕਦਾ। ਇਟ ਮੀਨਸ ਡੈਪਰੀਸੀਏਸ਼ਨ। ਠੀਕ ਆ, ਡੈਪਰੀਸੀਏਸ਼ਨ ਫੈਕਟ ਹਰ ਇੱਕ 'ਤੇ ਹੀ ਲਾਗੂ ਹੁੰਦਾ। ਤਾਂ ਇਕੋਨਮੀ 'ਚ ਡੈਪਰੀਸੀਏਸ਼ਨ ਤੋਂ ਕੀ ਭਾਵ ਹੁੰਦਾ, ਜਦੋਂ ਵੀ ਅਸੀਂ ਕਿਸੇ ਇੰਡਸਟਰੀ ਨੂੰ ਇੰਸਟਾਲ ਕਰਦੇ ਹਾਂ, ਉਦਯੋਗ ਲੱਗਦੇ ਹੈਗੇ ਆ, ਜਾਂ ਉਦਯੋਗਾਂ ਦੇ ਵਿੱਚ ਮਸ਼ੀਨਾਂ ਲੱਗਦੀਆਂ ਨੇ, ਜਾਂ ਖੇਤੀ ਦੇ ਵਿੱਚ ਜਿਹੜੇ ਸੰਦਾਂ ਦਾ ਇਸਤੇਮਾਲ ਹੁੰਦਾ ਹੈ, ਤਾਂ ਜਦੋਂ ਅਸੀਂ ਉਹਨੂੰ ਕੰਟੀਨਿਊਸਲੀ ਯੂਜ਼ ਕਰਦੇ ਹਾਂ, ਹਰੇਕ ਚੀਜ਼ ਦੀ ਇੱਕ ਗਰੰਟੀ ਹੁੰਦੀ ਹੈ ਵੀ ਇਦੋਂ ਤੱਕ ਇਹ ਚੰਗੀ ਚੱਲੂਗੀ। ਠੀਕ ਆ, ਲੇਕਿਨ ਉਸ ਤੋਂ ਬਾਅਦ ਕੀ ਹੋ ਜਾਂਦਾ, ਉਹ ਮੇਨਟੇਨੈਂਸ ਮੰਗਣ ਲੱਗ ਜਾਂਦੀ ਆ। ਤਾਂ ਹੁਣ ਜਿਹੜੇ ਇੰਗਲਿਸ਼ ਪੀਪਲ ਨੇ, ਬ੍ਰਿਟਿਸ਼ਰਸ ਨੇ ਜਿਹੜੇ ਉਦਯੋਗ ਲਾਏ ਸੀ ਇੰਡੀਆ ਦੇ ਵਿੱਚ, ਉਹ ਬਹੁਤ ਦੇਰ ਪਹਿਲਾਂ ਲਾਏ ਸੀ, ਲੇਕਿਨ ਹੌਲੀ ਹੌਲੀ ਉਹਨਾਂ ਦੇ ਵਿੱਚ ਕੀ ਹੋਣੀ ਸ਼ੁਰੂ ਹੋ ਗਈ, ਡੈਪਰੀਸੀਏਸ਼ਨ। ਐਕਚੁਅਲ ਤੌਰ 'ਤੇ ਇੰਝ ਹੋਇਆ ਕਿ ਇੰਡੀਆ ਨੂੰ ਨਾ ਚਾਹੁੰਦੇ ਹੋਏ ਵੀ 2 ਵਰਲਡ ਵਾਰਸ ਦਾ ਸਾਹਮਣਾ ਕਰਨਾ ਪਿਆ ਆਪਾਂ ਨੂੰ, 2 ਵਰਲਡ ਵਾਰਸ ਦਾ। ਜਦ ਕਿ ਆਪਾਂ ਡਾਇਰੈਕਟਲੀ ਜਾਂ ਆਪਾਂ ਕਹਿ ਦਈਏ ਤਾਂ ਆਪਾਂ ਉਹਦਾ ਹਿੱਸਾ ਨਹੀਂ ਸੀਗੇ, ਪਰ ਕਿਉਂਕਿ ਬ੍ਰਿਟਿਸ਼ਰਸ ਆਪਣੇ 'ਤੇ ਰੂਲ ਕਰ ਰਹੇ ਸੀ ਅਤੇ ਆਪਾਂ ਉਹਦੀ ਇੱਕ ਕਲੋਨੀ ਸੀਗੇ, ਇਸ ਕਰਕੇ ਆਪਾਂ ਨੂੰ ਉਸ ਵਰਲਡ ਵਾਰ ਦਾ ਹਿੱਸਾ ਹੋਣਾ ਹੀ ਪਿਆ। ਪਹਿਲੀ ਵਰਲਡ ਵਾਰ ਆ ਉਹ 1914 ਤੋਂ 48 ਤੱਕ ਚੱਲੀ ਹੈਗੀ ਆ। ਜਿਹੜੀ ਸੈਕਿੰਡ ਵਰਲਡ ਵਾਰ ਸੀਗੀ ਉਹ ਆਪਣੀ 1936 ਤੋਂ 1945 ਤੱਕ ਚੱਲੀ ਆ। ਤਾਂ ਹੁਣ ਤੁਸੀਂ ਦੇਖੋ, ਜਦੋਂ 45 ਤੱਕ ਤਾਂ ਆਪਾਂ ਵਰਲਡ ਵਾਰ ਦੇ ਵਿੱਚ ਪਾਰਟੀਸੀਪੇਟ ਕਰ ਰਹੇ ਸੀ ਅਤੇ ਆਪਣੀ ਸਾਰੀ ਮਸ਼ੀਨਰੀ ਜਿਹੜੀ ਸੀ ਉਹ 'ਤੇ ਲੱਗੀ ਹੋਈ ਸੀ, ਆਪਣੀ ਸਾਰੀ ਚੀਜ਼ਾਂ ਦਾ ਨਿਕਾਸ ਹੋ ਰਿਹਾ ਸੀਗਾ। ਜਿਹੜੇ ਅੰਗਰੇਜ਼ਾਂ ਦੇ ਜਿਹੜੀਆਂ ਫਰੈਂਡ ਕੰਟਰੀ ਸੀ, ਮਿੱਤਰ ਦੇਸ਼ ਸੀ, ਉਹਨਾਂ ਨੂੰ ਸਮਾਨ ਭੇਜਿਆ ਜਾ ਰਿਹਾ ਸੀਗਾ। ਸਾਡੀਆਂ ਮਸ਼ੀਨਾਂ ਦੀ ਵਿੱਚ ਜਿਹੜੀ ਟੁੱਟ ਫੁੱਟ ਹੋ ਰਹੀ ਸੀ ਇੰਨੇ ਸਾਲਾਂ ਤੋਂ, 6 7 8 ਸਾਲ ਲਗਾਤਾਰ ਜੇ ਵਰਲਡ ਵਾਰ ਚੱਲਦੀ ਰਹੀ, ਤਾਂ ਜਿਹੜੀਆਂ ਸਾਡੀਆਂ ਮਸ਼ੀਨਾਂ ਸੀ, ਉਦਯੋਗ ਸੀਗੇ, ਉਹਨਾਂ ਦੀ ਓਵਰ ਯੂਜ਼ਡ ਹੁੰਦੀ ਰਹੀ, ਯਾਨੀ ਉਹਨਾਂ ਦੀ ਕਪੈਸਿਟੀ ਜਿੰਨੀ ਸੀ ਪ੍ਰੋਡਕਸ਼ਨ ਦੀ, ਉਸ ਤੋਂ ਜ਼ਿਆਦਾ ਉਹਦੇ ਤੋਂ ਪ੍ਰੋਡਕਸ਼ਨ ਕੀਤੀ ਗਈ, ਕਿਉਂਕਿ ਉਹਨਾਂ ਕੰਟਰੀਜ਼ ਦੇ ਵਿੱਚ ਵੀ ਸਮਾਨ ਭੇਜਣਾ ਹੁੰਦਾ ਸੀ ਨਾ। ਇਸ ਕਰਕੇ ਕੀ ਹੋਇਆ, ਜਿਹੜੀਆਂ ਮਸ਼ੀਨਾਂ ਦੀ ਓਵਰ ਯੂਜ਼ ਹੋਣ ਕਰਕੇ ਉਹਨਾਂ 'ਚ ਬਹੁਤ ਜ਼ਿਆਦਾ ਡੈਪਰੀਸੀਏਸ਼ਨ ਹੋ ਗਈ। ਦਰਅਸਲ ਹੋਇਆ ਇੰਝ ਕਿ ਜਿੰਨੀ ਉਹਨਾਂ ਦੀ ਕਪੈਸਿਟੀ ਸੀ ਨਾ, ਉਸ ਕਪੈਸਿਟੀ ਤੋਂ ਵੀ ਜ਼ਿਆਦਾ ਉਹਨਾਂ ਤੋਂ ਪ੍ਰੋਡਕਸ਼ਨ ਕਰਵਾਈ ਗਈ ਸੀਗੀ, ਇਸ ਲਈ ਹੌਲੀ ਹੌਲੀ ਉਹਨਾਂ 'ਚ ਘਿਸਾਵਟ ਹੋ ਗਈ ਅਤੇ ਟੁੱਟ ਫੁੱਟ ਵੀ ਹੁੰਦੀ ਰਹੀ। ਠੀਕ ਹੈ, ਲੇਕਿਨ ਘਿਸਾਵਟ ਨੂੰ ਦੂਰ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਤਾਂ ਅਰਥ ਵਿਵਸਥਾ ਵਿੱਚ ਹੌਲੀ ਹੌਲੀ ਫਿਰ ਪੂੰਜੀ ਨਿਰਮਾਣ ਦੀ ਮਾਤਰਾ ਘੱਟ ਹੋ ਗਈ। ਪੂੰਜੀ ਨਿਰਮਾਣ ਦਾ ਮਤਲਬ ਹੈ ਜਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਸੀ ਐਕਚੁਅਲ ਤੌਰ 'ਤੇ ਓਨੀ ਨਹੀਂ ਸੀ ਹੋ ਪਾਉਂਦੀ। ਠੀਕ ਹੈ, ਵਰਕ ਓਨੇ ਹੀ ਆਵਰਸ ਕੀਤਾ ਜਾ ਰਿਹਾ ਸੀ, ਬਟ ਪ੍ਰੋਡਕਸ਼ਨ ਓਨੀ ਨਹੀਂ ਸੀ ਹੋ ਰਹੀ। ਸਮਰੱਥਾ ਹੌਲੀ ਹੌਲੀ ਘੱਟ ਗਈ, ਤਾਂ ਇਹੋ ਜਿਹੀ ਅਰਥ ਵਿਵਸਥਾ ਨੂੰ ਹੀ ਕਿਸੇ ਹੋਈ ਅਰਥ ਵਿਵਸਥਾ ਕਿਹਾ ਜਾਂਦਾ। ਤਾਂ ਓਬਵੀਅਸਲੀ ਦੂਸਰੇ ਮਹਾਯੁੱਧ ਦੇ ਬਾਅਦ ਤਾਂ ਬਿਲਕੁਲ ਹੀ ਇੰਡੀਅਨ ਜਿਹੜੀ ਇਕੋਨਮੀ ਸੀ ਨਾ, ਉਹ ਡੈਪਰੀਸ਼ੀਏਟਡ ਇਕੋਨਮੀ ਬਣ ਚੁੱਕੀ ਸੀ। ਕਹਿੰਦਾ ਜਿਹੜਾ ਇਹ ਵਰਲਡ ਵਾਰ ਹੋਈ ਨਾ, ਇਸ ਵਰਲਡ ਵਾਰ ਦੇ ਦੌਰਾਨ ਨਾ ਤਾਂ ਮਸ਼ੀਨਾਂ ਅਤੇ ਨਾ ਹੀ ਹੋਰ ਔਜ਼ਾਰਾਂ ਨੂੰ ਇੰਪਰੂਵ ਕਰਨ ਦਾ ਹੀਲਾ ਕੀਤਾ ਗਿਆ, ਜਦਕਿ ਮਤਲਬ ਯੂਜ਼ ਬਹੁਤ ਜ਼ਿਆਦਾ ਕੀਤਾ ਗਿਆ, ਲੇਕਿਨ ਜਿਹੜੀ ਇਹ ਟੁੱਟ ਫੁੱਟ ਹੁੰਦੀ ਰਹੀ, ਘਿਸਾਵਟ ਹੁੰਦੀ ਰਹੀ, ਇਹਦੀ ਰਿਪਲੇਸਮੈਂਟ ਜਿਹੜੀ ਆ ਉਹ ਨਹੀਂ ਕੀਤੀ ਗਈ। ਤੁਹਾਨੂੰ ਪਤਾ ਕਿ ਜਿਹੜੀਆਂ ਇਹ ਮਸ਼ੀਨਾਂ ਵਗੈਰਾ ਸੀ ਇਹ ਬਾਹਰ ਹੀ ਬਣਦੀਆਂ ਸੀ, ਬਾਹਰੋਂ ਹੀ ਆਉਂਦੀਆਂ ਸੀ, ਇੰਗਲੈਂਡ ਤੋਂ ਹੀ ਆਉਂਦੀਆਂ ਸੀ, ਲੇਕਿਨ ਕਿਉਂਕਿ ਜਿਹੜੇ ਆਪਣੇ ਬ੍ਰਿਟਿਸ਼ਰਸ ਸੀ ਉਹ ਤਾਂ ਪੂਰੀ ਤਰ੍ਹਾਂ ਇਨਵੋਲਵਡ ਸੀ ਵਰਲਡ ਵਾਰ 'ਚ, ਉਹਨਾਂ ਨੂੰ ਥੋੜ੍ਹੀ ਨਾ ਇਸ ਚੀਜ਼ ਦਾ ਸੀਗਾ ਕਿ ਜਿਹੜੀਆਂ ਮਸ਼ੀਨਾਂ ਘਸ ਰਹੀਆਂ ਮੈਂ ਇਹਨਾਂ ਦੀ ਰਿਪਲੇਸਮੈਂਟ ਕਰਨੀ ਆ ਜਾਂ ਮੇਨਟੇਨੈਂਸ ਕਰਨੀ ਆ। ਤਾਂ ਇਸ ਕਰਕੇ ਕੀ ਹੁੰਦਾ ਰਿਹਾ ਵੀ ਸਾਰਾ ਜਿਹੜਾ ਸਮਾਨ ਸੀ ਉਹ ਬਾਹਰ ਜਾਂਦਾ ਰਿਹਾ। ਠੀਕ ਆ, ਇੰਡੀਆ ਦੀ ਜਿਹੜੀ ਅਸਲੀ ਜਿਹੜੀ ਪੂੰਜੀ ਸੀਗੀ, ਰੀਅਲ ਜਿਹੜੀ ਆਪਣੇ ਕੋਲੇ ਜਿਹੜੀ ਮਨੀ ਪਾਵਰ ਸੀਗੀ, ਪੂੰਜੀ ਦੀ ਕਮੀ ਹੋਣ ਲੱਗੀ। ਪੈਸਾ ਜਿਹੜਾ ਹੈਗਾ ਵੈ, ਚਾਹੇ ਜੋ ਸਮਾਨ ਭੇਜਿਆ ਜਾ ਰਿਹਾ ਸੀਗਾ ਅਤੇ ਸਟਰਲਿੰਗ ਆ ਰਿਹਾ ਸੀ, ਸਟਰਲਿੰਗ ਮੈਨੇ ਉਸ ਸਮੇਂ ਜਿਹੜਾ ਜਿਵੇਂ ਹੁਣ ਆਪਾਂ ਪੌਂਡ ਕਹਿੰਦੇ ਹੈਗੇ ਆ ਵੀ ਉਹ ਆ ਰਿਹਾ ਸੀ ਇੰਡੀਆ ਦੇ ਵਿੱਚ, ਬਟ ਉਹ ਇੰਡੀਆ ਦਾ ਨਹੀਂ ਸੀ ਨਾ, ਉਹ ਤਾਂ ਇੰਗਲਿਸ਼ ਪੀਪਲ ਬ੍ਰਿਟਿਸ਼ ਸਰਕਾਰ ਦਾ ਹੀ ਸੀਗਾ। ਤਾਂ ਹੌਲੀ ਹੌਲੀ ਅੱਛਾ, ਰੇਲਵੇ ਦੀ ਵੀ ਬਹੁਤ ਐਕਸੈਸ ਯੂਜ਼ ਹੋਈ, ਕਿਉਂਕਿ ਸਮਾਨ ਨੂੰ ਇੱਕ ਥਾਂ ਦੂਜੀ ਥਾਂ 'ਤੇ ਪਹੁੰਚਾਉਣਾ ਹੁੰਦਾ ਸੀ। ਠੀਕ ਆ, ਪਿੰਡਾਂ ਤੋਂ ਸ਼ਹਿਰਾਂ ਤੋਂ ਫਿਰ ਬੰਦਰਗਾਹਾਂ ਤੱਕ। ਤਾਂ ਇਸ ਤਰੀਕੇ ਦੇ ਨਾਲ ਹਰੇਕ ਚੀਜ਼ ਜਿਹੜੀ ਸੀ ਨਾ, ਜਦੋਂ ਇੰਗਲਿਸ਼ ਪੀਪਲ ਗਏ ਆ, ਬ੍ਰਿਟਿਸ਼ਰਸ ਇੱਥੋਂ ਗਏ ਆ, ਤਾਂ ਉਸ ਸਮੇਂ ਇਕੋਨਮੀ ਭਾਵੇਂ ਉਹ ਖੇਤੀ ਦੇ ਮਾਮਲੇ 'ਚ ਕਹਿ ਲਓ, ਭਾਵੇਂ ਉਦਯੋਗਾਂ ਦੇ ਮਾਮਲੇ 'ਚ ਕਹਿ ਲਓ, ਰੇਲਵੇ ਦੇ ਮਾਮਲੇ 'ਚ ਕਹਿ ਲਓ, ਪੂਰੀ ਤਰ੍ਹਾਂ ਦੇ ਨਾਲ ਇੱਕ ਫੱਟੜ, ਵੂੰਡਿਡ ਅਤੇ ਡੈਪਰੀਸ਼ੀਏਟਡ ਇਕੋਨਮੀ ਜਿਹੜੀ ਆ ਉਹ ਆਪਾਂ ਨੂੰ ਮਿਲੀ ਸੀ। ਹਾਂਜੀ ਬੱਚਿਓ, ਤਾਂ ਹੁਣ ਆਪਣੇ ਕੋਲੇ
ਲਾਸਟ ਜਿਹੜਾ ਟੌਪਿਕ ਹੈ ਉਹ ਆ ਗਿਆ ਡਿਸਇੰਟੈਗਰੇਟਿਡ ਇਕੋਨਮੀ ਔਰ ਇਫੈਕਟ ਆਫ ਪਾਰਟੀਸ਼ਨ ਔਨ ਇੰਡੀਅਨ ਇਕੋਨਮੀ। ਤਾਂ ਆਪਣੀ ਜਿਹੜੀ ਹਿਸਟਰੀ ਆ ਇੰਡੀਅਨ, ਉਹਦੇ ਵਿੱਚ ਸਭ ਤੋਂ ਜਿਹੜਾ ਇੱਕ ਟਰੈਜਿਕ ਜਿਹੜਾ ਪਾਰਟ ਹੈਗਾ ਮੇਰੇ ਅਕੋਰਡਿੰਗਲੀ, ਉਹ ਟਰੈਜਿਕ ਪਾਰਟ ਹੈ ਭਾਰਤ ਅਤੇ ਪਾਕਿਸਤਾਨ ਦੀ ਵੰਡ। ਠੀਕ ਆ, ਤਾਂ ਜਿਹੜੇ ਇਹ ਮਤਲਬ ਡਿਸਇੰਟੈਗਰੇਟਿਡ ਇਕੋਨਮੀ ਦੀ ਗੱਲ ਕੀਤੀ ਗਈ ਆ, ਖੰਡਿਤ ਅਰਥ ਵਿਵਸਥਾ ਦੀ ਗੱਲ ਕੀਤੀ ਗਈ ਆ, ਜਾਂ ਕਿਹਾ ਗਿਆ ਕਿ ਕੀ ਫਰਕ ਪਿਆ, ਕੀ ਅਸਰ ਪਿਆ ਜਦੋਂ ਇੰਡੀਆ ਦੀ ਪਾਰਟੀਸ਼ਨ ਹੋਈ। ਤਾਂ ਤੁਹਾਨੂੰ ਮੈਂ ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਪ੍ਰੀਵੀਅਸ ਵੀਡੀਓ 'ਚ ਦੱਸ ਚੁੱਕੀ ਹਾਂ ਕਿ 1947 ਦੇ ਵਿੱਚ ਜਦੋਂ ਬ੍ਰਿਟਿਸ਼ ਰਾਜ ਦਾ ਅੰਤ ਹੋਇਆ ਨਾ, ਐਂਡ ਹੋਇਆ, ਤਾਂ ਉਹਨਾਂ ਨੇ ਇਹ ਐਂਡ ਵੀ ਇੱਕ ਬਹੁਤ ਟਰੈਜਿਕ ਵੇ ਦੇ ਨਾਲ ਕੀਤਾ। ਤੁਹਾਨੂੰ ਇਹ ਸਭ ਨੂੰ ਪਤਾ ਕਿ ਤੁਸੀਂ ਕਈ ਮੂਵੀਜ਼ ਵੀ ਦੇਖੀਆਂ ਵਾ, ਮਤਲਬ ਉਸ ਸਮੇਂ ਦੀਆਂ। ਤੁਸੀਂ ਗਦਰ ਪਿਕਚਰ ਦੇਖੀ ਹੋਊਗੀ, ਹੈ ਨਾ, ਤੁਹਾਨੂੰ ਸਨੀ ਦਿਓਲ ਬੜਾ ਫੇਵਰੇਟ ਰਿਹਾ ਹੋਊਗਾ ਕਈ ਲੋਕਾਂ ਦਾ, ਹੋ ਸਕਦਾ ਤੁਹਾਡੇ ਪਾਪਾ ਹਰਾਂ ਦਾ ਰਿਹਾ ਹੋਵੇ। ਤਾਂ ਉਹਨਾਂ ਨੇ ਉਹਦੇ 'ਚ ਦਿਖਾਇਆ ਹੈ ਨਾ ਕਿ ਜਦੋਂ ਇੰਡੀਆ ਜਾਂ ਪਾਕਿਸਤਾਨ ਬਣੇ ਸੀ ਤਾਂ ਕਿੰਨਾ ਜ਼ਿਆਦਾ ਟਰੈਜਿਕਲੀ ਜਿਹੜਾ ਸੀਗਾ ਉਹ ਐਂਡ ਹੋਇਆ ਸੀਗਾ। ਤਾਂ ਇੱਕ ਪਾਸੇ ਭਾਰਤੀ ਅਰਥ ਵਿਵਸਥਾ, ਦੂਸਰੇ ਪਾਸੇ ਪਾਕਿਸਤਾਨੀ ਅਰਥ ਵਿਵਸਥਾ, ਇਸ ਤਰ੍ਹਾਂ ਬ੍ਰਿਟਿਸ਼ ਨੇ ਵੰਡ ਕੀਤੀ ਸੀ। ਤਾਂ ਮਤਲਬ ਵੰਡ ਵੀ ਇਸ ਤਰ੍ਹਾਂ ਕੀਤੀ ਸੀ ਕਿ ਕੁਝ ਚੀਜ਼ਾਂ ਦੇ ਖੇਤ ਇੱਧਰ ਰਹਿ ਗਏ, ਕਾਰਖਾਨੇ ਉੱਧਰ ਚਲੇ ਗਏ। ਠੀਕ ਆ, ਹੁਣ ਮੋਸਟ ਆਫ ਦਾ ਸਿੱਖਸ ਜਿਹੜੇ ਹੈਗੇ ਆ ਉਹ ਇੰਡੀਆ ਦੇ ਵਿੱਚ ਹੈਗੇ ਆ, ਲੇਕਿਨ ਸਿੱਖਸ ਦਾ ਜਿਹੜਾ ਪਿਲਗ੍ਰਿਮੇਜ ਆ, ਸਭ ਤੋਂ ਪਵਿੱਤਰ ਸਥਾਨ ਨਨਕਾਣਾ ਸਾਹਿਬ ਜਿਹੜਾ ਉਹ ਪਾਕਿਸਤਾਨ 'ਚ ਰਹਿ ਗਿਆ। ਜੇਕਰ ਕਹੀਏ ਮੁਸਲਿਮਸ ਉੱਧਰ ਆ ਤਾਂ ਸਭ ਤੋਂ ਵੱਡੀ ਮਸਜਿਦ ਜਾਮਾ ਮਸਜਿਦ ਜਿਹੜੀ ਆ ਉਹ ਇੰਡੀਆ ਵਿੱਚ ਰਹਿ ਗਈ। ਤਾਂ ਮਤਲਬ ਇਹ ਵੰਡ ਇਸ ਤਰ੍ਹਾਂ ਕੀਤੀ ਗਈ ਸੀਗੀ। ਤਾਂ ਹੁਣ ਇਸ ਵੰਡ ਦਾ ਇਕੋਨਮੀ 'ਤੇ ਕਿਸ ਤਰ੍ਹਾਂ ਦਾ ਅਸਰ ਪਿਆ? ਤਾਂ ਸਭ ਤੋਂ ਪਹਿਲੀ ਗੱਲ ਤਾਂ ਪ੍ਰਤੀ ਵਿਅਕਤੀ ਘੱਟ ਭੂਮੀ, ਇਹ ਇਹਦੀ ਇੱਕ ਖਾਸ ਮਤਲਬ ਇਹ ਅਸਰ ਇਸ ਤਰ੍ਹਾਂ ਪਿਆ। ਤੁਹਾਨੂੰ ਪਤਾ ਹੈ ਕਿ ਜਿਹੜਾ ਇੰਡੀਆ ਹੈਗਾ ਉਹ ਪਾਕਿਸਤਾਨ ਤੋਂ ਬਹੁਤ ਵੱਡਾ, ਮਤਲਬ ਇਸ ਤਰ੍ਹਾਂ ਵੱਡਾ ਹੈ ਕਿ ਸਾਡੇ ਹਿੱਸੇ ਜਿਹੜੀ ਹੈ ਜਨਸੰਖਿਆ, ਸਾਡੇ ਹਿੱਸੇ ਆਈ ਸੀ 82%। ਜਿਹੜੀ ਟੋਟਲ ਪਾਪੂਲੇਸ਼ਨ ਸੀ 1947 ਦੇ ਵਿੱਚ, ਉਹਦੇ 'ਚੋਂ 82% ਜਿਹੜੀ ਜਨਸੰਖਿਆ ਗਈ ਉਹ ਸਾਡੇ ਹਿੱਸੇ ਵਿੱਚ ਆਈ ਸੀ। ਠੀਕ ਹੈ, ਅਤੇ ਜਿਹੜਾ ਏਰੀਆ ਸੀਗਾ, ਜਿਹੜਾ ਪੂਰਾ ਖੇਤਰਫਲ, ਉਹ ਟੋਟਲ ਦਾ ਕਿੰਨਾ ਮਿਲਿਆ ਸੀ ਆਪਾਂ ਨੂੰ? 77%। ਠੀਕ ਹੈ, ਯਾਨੀ ਪ੍ਰਤੀ ਵਿਅਕਤੀ ਜਿਹੜੀ ਭੂਮੀ ਸੀ ਨਾ ਉਹ ਘਟ ਗਈ ਪਹਿਲਾਂ ਤਾਂ, ਇਹ ਇੱਕ ਮੁੱਦਾ ਹੋਇਆ। ਸੈਕਿੰਡ ਸੀ ਖੇਤੀ ਦੇ ਸੰਬੰਧ 'ਚ ਹਾਨੀ। ਖੇਤੀ ਦੇ ਸੰਬੰਧ ਵਿੱਚ ਹਾਨੀ ਮਤਲਬ ਉਹੀ ਗੱਲਾਂ ਕਿ ਵਿਭਾਜਨ ਦੇ ਫਲਸਰੂਪ ਭਾਰਤੀ ਅਰਥ ਵਿਵਸਥਾ ਨੂੰ ਖੇਤੀ ਦੇ ਸੰਬੰਧ 'ਚ ਨੁਕਸਾਨ ਚੁੱਕਣਾ ਪਿਆ। ਕਿਵੇਂ ਨੁਕਸਾਨ ਚੁੱਕਣਾ ਪਿਆ? ਕਿ ਅਨਾਜ ਦੀ ਕਮੀ ਹੋ ਗਈ। ਪਹਿਲਾਂ ਹੀ ਕਮੀ ਸੀ ਐਕਚੁਅਲ ਤੌਰ 'ਤੇ, ਕਿਉਂਕਿ ਪਹਿਲਾਂ ਹੀ ਪੂੰਜੀਵਾਦੀ ਖੇਤੀ ਹੋਣ ਕਰਕੇ ਨਾ ਵੀ ਰਬੜ ਜਾਂ ਚਾਹ ਵੀ ਇਹਨਾਂ ਚੀਜ਼ਾਂ ਦੀ, ਨੀਲ, ਇਹਦੀ ਖੇਤੀ ਕੀਤੀ ਜਾਣ ਲੱਗੀ ਸੀ ਵੀ ਜਿਹੜੀਆਂ ਅਸਲੀ ਅਨਾਜ ਵਾਲੀਆਂ ਫਸਲਾਂ ਸੀ ਨਾ ਉਹਨਾਂ ਦੀ ਪੈਦਾਵਾਰ ਜਿਹੜੀ ਘਟ ਗਈ ਸੀ ਕੰਪੈਰੇਟਿਵਲੀ। ਤਾਂ ਵਿਭਾਜਨ ਦੇ ਕਾਰਨ ਭਾਰਤ ਵਿੱਚ ਅਨਾਜ ਦੀ ਕਮੀ ਹੋਰ ਵੀ ਜ਼ਿਆਦਾ ਹੋ ਗਈ ਸੀਗੀ। ਤਾਂ ਜਦੋਂ ਕਿ ਪਾਕਿਸਤਾਨ ਜਿਹੜਾ ਸੀ ਉੱਥੇ ਅਨਾਜ ਸਰਪਲਸ ਹੋ ਗਿਆ ਸੀਗਾ। ਸਰਪਲਸ ਕਿਉਂ? ਕਿਉਂਕਿ ਪਾਪੂਲੇਸ਼ਨ ਤਾਂ ਥੋੜ੍ਹੀ ਗਈ ਸੀ ਉੱਥੇ, ਪਾਪੂਲੇਸ਼ਨ ਥੋੜ੍ਹੀ ਗਈ ਸੀ ਲੇਕਿਨ ਖੇਤ ਤਾਂ ਸੀ ਨਾ ਉੱਥੇ ਜ਼ਿਆਦਾ। ਉਹਦੇ ਅਕੋਰਡਿੰਗਲੀ ਉਹ ਤਾਂ ਆਪਦੇ ਲੋਕਾਂ ਦੀ ਜਿਹੜਾ ਸੀਗਾ ਪੂਰਾ ਉਹਨਾਂ ਦੇ ਲਈ ਪੈਦਾਵਾਰ ਕਰਨ ਦੇ ਯੋਗ ਸੀਗਾ, ਬਟ ਇੰਡੀਆ ਵਾਜ਼ ਨਾਟ। ਉਹ ਤਾਂ ਭਾਰਤ ਦੇ ਹਿੱਸੇ ਜਨਸੰਖਿਆ ਤਾਂ ਆ ਗਈ 82%, ਲੇਕਿਨ ਅਨਾਜ ਕਿੰਨਾ ਆਇਆ? 65% ਆਇਆ, ਜਿਹਦੇ ਕਰਕੇ ਆਪਾਂ ਨੂੰ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ ਰਿਹਾ। ਮੈਂ ਤੁਹਾਨੂੰ ਦੱਸ ਚੁੱਕੀ ਹੋਈ ਹਾਂ ਉਸ ਦਿਨ ਵੀ ਕਿ 1966 ਤੋਂ ਪਹਿਲਾਂ, ਜਦੋਂ ਤੱਕ ਕਿ ਹਰੀ ਕ੍ਰਾਂਤੀ ਨਹੀਂ ਸੀ ਆਈ, ਉਦੋਂ ਤੱਕ ਇੰਡੀਆ ਜਿਹੜਾ ਸੀ ਨਾ ਉਹ ਈਵਨ ਅਨਾਜ ਦੇ ਮਾਮਲੇ ਵਿੱਚ ਵੀ ਇੰਡੀਪੈਂਡੈਂਟ ਨਹੀਂ ਸੀਗਾ। ਅਨਾਜ ਵੀ ਸਾਨੂੰ ਬਾਹਰੋਂ ਮੰਗਵਾਉਣਾ ਪੈ ਰਿਹਾ ਸੀਗਾ। ਤਾਂ ਇਸ ਸਿਚੁਏਸ਼ਨ ਦੇ ਅਕੋਰਡਿੰਗਲੀ ਵੀ ਸਾਨੂੰ ਖੇਤੀ ਦੇ ਸੰਬੰਧ ਵਿੱਚ ਵੀ ਨੁਕਸਾਨ ਚੱਕਣਾ ਪਿਆ। ਫਿਰ ਆਪਣੇ ਕੋਲੇ ਉਦਯੋਗਾਂ ਵਿੱਚ ਕੀ ਹੋਇਆ? ਉਦਯੋਗਾਂ ਦੇ ਮਾਮਲੇ 'ਚ ਅਸੀਂ ਬੈਨੀਫਿਟਸ 'ਚ ਰਹੇ ਹੈਗੇ ਹਾਂ, ਕਿਉਂਕਿ ਇੰਡੀਆ ਦੇ ਜਦੋਂ ਇੰਡੀਆ ਆਜ਼ਾਦ ਹੋਇਆ, ਅਲੱਗ ਹੋਇਆ, ਤਾਂ ਸਾਨੂੰ 91% ਜਿਹੜੇ ਸੀ ਨਾ ਉਹ ਉਦਯੋਗ ਸਾਡੇ ਹਿੱਸੇ 'ਚ ਆਏ ਸੀਗੇ, ਅਤੇ ਪਾਕਿਸਤਾਨ ਨੂੰ ਸਿਰਫ 9% ਉਦਯੋਗ ਹੀ ਮਿਲੇ ਸੀ। ਜਿਹੜੇ ਵੱਡੇ ਕਾਰਖਾਨੇ ਸੀ ਉਸ ਸਮੇਂ ਦੇ ਲੋਹਾ ਇਸਪਾਤ ਦੇ, ਜਿਵੇਂ ਤੁਸੀਂ ਅੱਜ ਵੀ ਟਾਟਾ, ਜਮਸ਼ੇਦਜੀ ਟਾਟਾ ਉਸ ਸਮੇਂ ਸੀਗੇ, ਤਾਂ ਜਿਹੜੇ ਉਹ ਲੋਹਾ ਇਸਪਾਤ ਦੇ ਕਾਰਖਾਨੇ ਸੀ ਨਾ ਬਹੁਤ ਵੱਡੇ, ਜਾਂ ਕੱਪੜੇ, ਚੀਨੀ ਦੀਆਂ ਮਿੱਲਾਂ ਸੀ ਜਿਹੜੀਆਂ, ਉਹ ਪਾਕਿਸਤਾਨ ਨੂੰ ਸਮਝ ਲਓ ਨਾ ਦੇ ਬਰਾਬਰ ਹੀ ਮਿਲੀਆਂ ਸੀ। ਉਹ ਸਾਰੀਆਂ ਕਿੱਥੇ ਆ ਗਈਆਂ ਸੀ? ਇੰਡੀਆ ਦੇ ਵਿੱਚ। ਲੇਕਿਨ ਵਿਭਾਜਨ ਦੇ ਕਾਰਨ ਜਿਹੜੇ ਕੁਸ਼ਲ ਕਾਰੀਗਰ ਸੀ, ਸਕਿਲਡ ਵਰਕਰ ਸੀ ਨਾ, ਉਹ ਸਕਿਲਡ ਵਰਕਰ ਕਿੱਥੇ ਚਲੇ ਗਏ? ਮੋਸਟਲੀ ਪਾਕਿਸਤਾਨ ਦੇ ਵਿੱਚ ਚਲੇ ਗਏ, ਜਿਹਦੇ ਕਰਕੇ ਸਾਡੇ ਉਦਯੋਗਾਂ 'ਤੇ ਬਹੁਤ ਮਾੜਾ ਅਸਰ ਪਿਆ ਸੀਗਾ। ਜਿਹੜੇ ਕਪਾਹ ਤੇ ਜੂਟ ਪੈਦਾ ਕਰਨ ਵਾਲੇ ਜ਼ਿਆਦਾਤਰ ਖੇਤਰਫਲ ਸੀ ਉਹ ਪਾਕਿਸਤਾਨ 'ਚ ਚਲਾ ਗਿਆ ਸੀ, ਅਤੇ ਲੇਕਿਨ ਕਪਾਹ ਤੇ ਜੂਟ ਦੇ ਕਾਰਖਾਨੇ ਜਿਹੜੇ ਸੀ ਉਹ ਕਿੱਥੇ ਰਹਿ ਗਏ? ਇੰਡੀਆ 'ਚ ਰਹਿ ਗਏ। ਪੈਦਾਵਾਰ ਤਾਂ ਉੱਧਰ ਹੋ ਰਹੀ ਆ ਕਪਾਹ ਤੇ ਜੂਟ ਦੀ, ਲੇਕਿਨ ਜਿਹੜੇ ਉਹਦੇ ਤੋਂ ਸਮਾਨ ਬਣਾਉਣ ਵਾਲੇ ਕਾਰਖਾਨੇ ਸੀ ਉਹ ਕਿੱਥੇ ਰਹਿ ਗਏ? ਇੰਡੀਆ ਦੇ ਵਿੱਚ। ਤਾਂ ਇਸ ਤਰੀਕੇ ਦੇ ਨਾਲ ਵੰਡ ਕੀਤੀ ਗਈ ਸੀ। ਇਹ ਵੀ ਇੱਕ ਸਮਝ ਲਓ ਐਡਵਰਸ ਇਫੈਕਟ ਹੀ ਸੀਗਾ।
ਆਫਟਰ ਦੈਟ ਕਮਸ ਵਿਦੇਸ਼ੀ ਵਪਾਰ ਦੀ ਰਚਨਾ ਵਿੱਚ ਪਰਿਵਰਤਨ। ਵਿਦੇਸ਼ੀ ਵਪਾਰ ਦੀ ਰਚਨਾ ਹੁੰਦੀ ਹੈ ਐਕਸਪੋਰਟ ਤੇ ਇੰਪੋਰਟ, ਕਿ ਅਸੀਂ ਕੀ ਐਕਸਪੋਰਟ ਕਰ ਰਹੇ ਹਾਂ, ਕੀ ਇੰਪੋਰਟ ਕਰ ਰਹੇ ਹਾਂ, ਜਾਂ ਕਿੱਥੋਂ ਐਕਸਪੋਰਟ ਕਰ ਰਹੇ ਹਾਂ, ਕਿੱਧਰੋਂ ਇੰਪੋਰਟ ਕਰ ਰਹੇ ਹਾਂ। ਤਾਂ ਕਹਿੰਦਾ ਕਿ ਦੇਸ਼ ਦੇ ਵਿਭਾਜਨ ਦਾ ਵਿਦੇਸ਼ੀ ਵਪਾਰ ਦੀ ਰਚਨਾ 'ਤੇ ਬੁਰਾ ਪ੍ਰਭਾਵ ਪਿਆ ਸੀਗਾ। ਪਹਿਲਾਂ ਜਿਹੜੀਆਂ ਚੀਜ਼ਾਂ ਦਾ ਅਸੀਂ ਐਕਸਪੋਰਟ ਕਰਦੇ ਸੀ, ਠੀਕ ਆ, ਪਹਿਲਾਂ ਅਸੀਂ ਕਪਾਹ ਦੇ ਵਿੱਚ ਸਰਪਲਸ ਸੀ, ਜੂਟ ਦੇ ਵਿੱਚ ਅਨਾਜ ਅਸੀਂ ਭੇਜ ਰਹੇ ਸੀ। ਲੇਕਿਨ ਆਜ਼ਾਦੀ ਤੋਂ ਬਾਅਦ ਕੀ ਹੋਇਆ, ਆਜ਼ਾਦੀ ਤੋਂ ਬਾਅਦ ਸਾਨੂੰ ਉਹਨਾਂ ਚੀਜ਼ਾਂ ਦਾ ਹੀ ਆਯਾਤ ਕਰਨਾ ਪੈ ਰਿਹਾ ਸੀ, ਕਿਉਂਕਿ ਤੁਹਾਨੂੰ ਮੈਂ ਦੱਸਿਆ ਨਾ ਪਾਕਿਸਤਾਨ ਚਲੇ ਗਏ ਬਹੁਤ ਸਾਰੇ ਉਦਯੋਗ ਦੇ ਬਹੁਤ ਸਾਰੇ ਕਾਰਖਾਨੇ, ਉਹ ਸਮਾਨ ਸਾਨੂੰ ਬਾਹਰੋਂ ਮੰਗਵਾਉਣਾ ਪੈ ਰਿਹਾ। ਅਤੇ ਅਸੀਂ ਬਹੁਤ ਸਾਰੇ ਸਾਲ ਜਿਹੜੇ ਸੀ, ਕਈ ਸਾਲਾਂ ਤੱਕ ਅਨਾਜ ਵੀ ਜਿਹੜਾ ਹੈ ਨਾ ਐਪਰੋਕਸੀਮੇਟਲੀ 22 ਸਾਲਾਂ ਤੱਕ ਜਿਹੜਾ ਅਨਾਜ ਸੀ 20-22 ਸਾਲ ਤੱਕ ਉਹ ਵੀ ਬਾਹਰੋਂ ਹੀ ਇਹ ਮੰਗਵਾਉਂਦੇ ਰਹੇ ਹੈਗੇ ਆ। ਤਾਂ ਇਸ ਤਰੀਕੇ ਨਾਲ ਵਿਦੇਸ਼ੀ ਵਪਾਰ 'ਤੇ ਵੀ ਜਿਹੜਾ ਹੈ ਮਾੜਾ ਅਸਰ ਹੀ ਪਿਆ ਸੀ। ਤਾਂ ਹੋਪਫੁਲੀ ਤੁਸੀਂ ਬੇਟੇ ਅੰਡਰਸਟੈਂਡ ਕਰ ਗਏ ਹੋਵੋਗੇ ਮੈਂ ਜੋ ਤੁਹਾਨੂੰ ਸਮਝਾਉਣਾ ਚਾਹਿਆ ਹੈ ਕਿ ਐਟ ਦ ਈਵ ਆਫ ਇੰਡੀਪੈਂਡੈਂਸ ਦੇ ਟਾਈਮ 'ਤੇ ਜਿਹੜੀ ਬ੍ਰਿਟਿਸ਼ਰਸ ਨੇ ਸਾਨੂੰ ਇਕੋਨਮੀ ਦਿੱਤੀ ਸੀ ਨਾ, ਉਹ ਕੋਈ ਬਹੁਤ ਵਧੀਆ ਇਕੋਨਮੀ ਨਹੀਂ ਦਿੱਤੀ ਸੀ, ਠੀਕ ਆ। ਉਹ ਪੂਰੀ ਕਸੀ ਹੋਈ ਅਰਥ ਵਿਵਸਥਾ ਦਿੱਤੀ ਸੀ ਆਪਾਂ ਨੂੰ, ਪੂਰੀ ਜਿਹੜੀ ਸੀਗੀ ਸਟੈਗਨੈਂਟ ਇਕੋਨਮੀ ਦਿੱਤੀ ਸੀ, ਅੰਡਰ ਡਿਵੈਲਪ ਦਿੱਤੀ ਸੀ, ਸੈਮੀ ਫਿਊਡਲ ਦਿੱਤੀ ਸੀ, ਅਤੇ ਡਿਸਇੰਟੈਗਰੇਟਡ ਇਕੋਨਮੀ ਦਿੱਤੀ ਸੀ। ਤਾਂ ਹੋਪਫੁਲੀ ਤੁਹਾਨੂੰ ਮੇਰਾ ਟੌਪਿਕ ਸਮਝ ਆ ਗਿਆ ਹੋਊਗਾ। ਤੁਸੀਂ ਇਸ ਟੌਪਿਕ ਨੂੰ ਪ੍ਰੋਪਰਲੀ ਡਿਸਕਸ ਕਰਨਾ, ਦੇਖਣਾ, ਸਮਝਣਾ ਅਤੇ ਸੁਣਨਾ, ਠੀਕ ਹੈ। ਉਸ ਤੋਂ ਬਾਅਦ ਜੋ ਵੀ ਇਹਦੇ ਵਿੱਚੋਂ ਤੁਹਾਡੇ MCQs ਬਣਦੇ ਹੋਣਗੇ, ਠੀਕ ਹੈ, 2 ਮਾਰਕਡ ਕੁਐਸਚਨ, ਕਿਉਂਕਿ ਤੁਹਾਡਾ ਪੇਪਰ ਦਾ ਸਟਾਈਲ 1 ਮਾਰਕ 2 ਮਾਰਕ ਜਿਹੜੇ ਆ 4 ਮਾਰਕਡ ਐਂਡ 6 ਮਾਰਕਡ ਦਾ, ਤੁਸੀਂ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਪ੍ਰਪੇਅਰ ਕਰਨਾ। ਮੈਂ ਤੁਹਾਨੂੰ ਥੋਰੋਲੀ ਪੜ੍ਹਾ ਰਹੀ ਹਾਂ, ਰੀਜ਼ਨ ਇਹੀ ਹੈ ਕਿ ਤੁਹਾਨੂੰ ਚਾਹੇ ਸਬਜੈਕਟਿਵ ਜਾਂ ਆਬਜੈਕਟਿਵ ਕਿਸੇ ਤਰ੍ਹਾਂ ਦੇ ਕੁਐਸਚਨਸ ਵੀ ਤਿਆਰ ਕਰਨ 'ਚ ਪ੍ਰੋਬਲਮ ਨਾ ਆਵੇ, ਠੀਕ ਹੈ। ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਹੈਗਾ, ਤੁਸੀਂ ਲਾਈਕ ਵੀ ਕਰਨਾ ਵੀਡੀਓਜ਼ ਨੂੰ, ਅਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ, ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਨਾ ਹੈ, ਠੀਕ ਹੈ। ਅਤੇ ਮੈਂ ਤੁਹਾਨੂੰ ਇਸ ਲੈਸਨ ਦਾ ਇੱਕ ਟੌਪਿਕ ਰਹਿ ਗਿਆ, ਉਹ ਆਪਾਂ ਜਿਹੜਾ ਇਸ ਪਾਰਟ ਦਾ ਟੌਪਿਕ ਹੈ ਉਹ ਨੈਕਸਟ ਵੀਡੀਓ 'ਚ ਕਰਾਂਗੇ, ਅਤੇ ਹੋਪਫੁਲੀ ਉਦੋਂ ਤੱਕ ਤੁਸੀਂ ਇਹਨਾਂ ਦੋਨੋਂ ਵੀਡੀਓਜ਼ ਨੂੰ ਦੇਖ ਕੇ ਅਤੇ ਵਰਕ ਜਿਹੜਾ ਹੈਗਾ ਪ੍ਰੋਪਰਲੀ ਕਰ ਲਓਗੇ। ਓਕੇ ਬੇਟੇ, ਬਾਏ, ਟੇਕ ਕੇਅਰ, ਸੀ ਯੂ।